कर लिए या तुसी कोई करोगे? नहीं तुसी स्टार्ट करो सर, स्टार्ट करो तुसी। ਤੇ ਸਰ ਸਭ ਤੋਂ ਪਹਿਲਾ ਜਿਹੜਾ ਏਜੰਡਾ ਹੈਗਾ ਦੈਟਸ ਅ ਵੈਲਕਮ ਟੂ ਆਲ ਆਫ ਨਿਊ ਮੈਂਬਰ, ਜਿਹੜੇ ਨਵੇਂ ਮੈਂਬਰ ਸਾਡੇ ਸ਼ਾਮਲ ਹੋਏ ਨੇ ਸਾਡੀ ਟੀਮ ਦੇ ਵਿੱਚ, ਉਹਨਾਂ ਦਾ ਸਵਾਗਤ ਹੈ ਜੀ। ਤੇ ਭਾਟੀਆ ਸਾਹਿਬ, ਹੁਣ ਤੁਹਾਨੂੰ ਜਿਹੜੇ ਬੀਤੇ ਸਮੇਂ ਦੌਰਾਨ ਆਪਾਂ ਨੇ ਐਸੋਸੀਏਸ਼ਨ ਨੇ ਕੋਈ ਉਪਲਬਧੀਆਂ ਕੀਤੀਆਂ ਜਾਂ ਕਾਰਗੁਜ਼ਾਰੀਆਂ ਕੀਤੀਆਂ, ਉਹਨਾਂ ਦਾ ਵਰਣਨ ਦੇਣਗੇ ਸਾਰੇ ਮੈਂਬਰਸ ਨੂੰ। ਭਾਟੀਆ ਸਾਹਿਬ ਪਲੀਜ਼ ਇੱਕ ਇੱਕ ਕਰਕੇ ਸਾਰਿਆਂ ਦਾ ਦੱਸੋ ਜੀ ਕੀ ਕਾਰਗੁਜ਼ਾਰੀ ਹੋਈ ਹੈ ਅੱਜ ਤੱਕ। ਚਲੋ ਮੈਂ ਸਰ ਦੱਸਣਾ ਸ਼ੁਰੂ ਕਰਦਾ ਹੈਗਾ ਜੀ। ਆਪਾਂ 4/2 ਨੂੰ ਨਵੀਂ ਟਰਮ ਸਟਾਰਟ ਕੀਤੀ ਸੀਗੀ ਤੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਉਪਰਾਲਾ ਸੀ ਜੀ, ਅਸੀਂ 28/2 ਨੂੰ ਮੈਗਾ ਹੈਲਥ ਚੈੱਕਅਪ ਕੈਂਪ ਲਗਾਇਆ ਸੀ ਏਐਸਆਈ ਦੇ ਨਾਲ ਰਲ ਕੇ, ਤੇ ਜਿਹਦੇ ਵਿੱਚ ਅਸੀਂ ਕਈ ਟੈਸਟ ਜਿਸ ਤਰ੍ਹਾਂ ਬੋਨ ਡੈਂਸਿਟੀ ਟੈਸਟ ਵਗੈਰਾ ਸਾਰਿਆਂ ਦੇ ਕਰਾਏ ਸੀ, ਵਿੱਚ ਕਾਫੀ ਮੈਂਬਰਸ ਆਏ ਸੀਗੇ। ਉਸ ਤੋਂ ਬਾਅਦ 13 ਮਾਰਚ ਨੂੰ ਅਸੀਂ ਹਾਂਗਕਾਂਗ ਟ੍ਰੇਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਨਾਲ ਰਲ ਕੇ ਤੇ ਇੱਕ ਸੈਮੀਨਾਰ ਕਰਵਾਇਆ ਸੀਗਾ ਤਾਜ ਦੇ ਵਿੱਚ, ਤੁਸੀਂ ਸਾਰੇ ਜਾਣਦੇ ਹੋ ਕੁਛ। ਤੇ 24 ਨੂੰ ਤੁਹਾਨੂੰ ਪਤਾ ਹੈਗਾ ਕਿ ਲੋਕਡਾਊਨ ਹੋ ਗਿਆ ਸੀਗਾ, तो 24 ਤੋਂ ਬਾਅਦ ਚੈਂਬਰ ਨੇ ਸਾਰਿਆਂ ਨਾਲ ਰਲ ਕੇ ਕੁਝ ਉਪਰਾਲੇ ਕੀਤੇ ਸੀ। ਇੱਕ ਤਾਂ ਅਸੀਂ ਸਭ ਤੋਂ ਪਹਿਲੇ ਜਿਹੜੀ ਲੇਬਰ ਸਾਡੇ ਇੱਥੇ ਇੰਡਸਟਰੀਅਲ ਏਰੀਆ ਦੇ ਵਿੱਚ ਇਕੱਠੀ ਹੋਈ ਸੀ, ਉਹਦੀ ਜਿਹਨੂੰ ਕਹਿੰਦੇ ਨਾ ਕਿ ਟੈਬੂਲੇਸ਼ਨ ਕੀਤੀ, ਰਾਸ਼ਨ ਡਿਸਟ੍ਰੀਬਿਊਟ ਕਰਾਇਆ। ਉਸ ਤੋਂ ਬਾਅਦ ਅਸੀਂ ਇੱਥੇ ਗੁਰਦੁਆਰਾ ਸਾਹਿਬ ਜਿਹੜੇ ਗਿਆਮ ਸਾਹਿਬ ਨਾਲ ਰਲ ਕੇ ਲੰਗਰ ਡਿਸਟ੍ਰੀਬਿਊਟ ਕਰਾਉਣ ਦਾ ਸਾਰਾ ਕੰਮ ਕੀਤਾ ਸੀਗਾ। ਇਸ ਦੌਰਾਨ ਐਮਸੀ ਦੇ ਨਾਲ ਰਲ ਕੇ ਅਸੀਂ ਸੈਨੀਟਾਈਜੇਸ਼ਨ ਕਰਾਈ 3 ਵਾਰੀ ਇੰਡਸਟਰੀਅਲ ਏਰੀਆ ਦੀ। ਇੱਕ ਡੀਸੀ ਸਾਹਿਬ ਨਾਲ ਰਲ ਕੇ ਢਿੰਡਸਾ ਸਾਹਿਬ ਨੇ ਇੱਕ ਸੀਨੀਅਰ ਸਿਟੀਜ਼ਨਸ ਦੀ ਹੈਲਪਲਾਈਨ ਚਲਾਈ ਹੋਈ ਸੀਗੀ, ਉਹਨਾਂ ਦੀ ਹੈਲਪਲਾਈਨ ਜੋ ਅੱਜ ਤੱਕ ਆਪਰੇਸ਼ਨਲ ਹੈਗੀ, ਈਵਨ ਅੱਜ ਇਸ ਲੋਕਡਾਊਨ ਦੇ ਵਿੱਚ ਵੀ ਆਪਰੇਸ਼ਨਲ ਹੈਗੀ ਹੈ। ਇਸ ਤੋਂ ਬਾਅਦ ਜੀ ਅਸੀਂ ਡੀਸੀ ਸਾਹਿਬ ਨਾਲ ਲੋਕਡਾਊਨ ਦੇ ਦੌਰਾਨ ਕਰੀਬ 3 ਮੀਟਿੰਗਾਂ ਕੀਤੀਆਂ ਤੇ ਅਸੀਂ ਇਹ ਲੋਕਡਾਊਨ ਤੋਂ ਇੰਡਸਟਰੀ ਨੂੰ ਖੁਲਵਾਇਆ ਹੈਗਾ 3 ਮਈ ਤੋਂ। ਤੇ ਉਸ ਤੋਂ ਬਾਅਦ ਅਸੀਂ ਡੀਆਈਸੀ ਦੇ ਨਾਲ ਕੋਲੈਬੋਰੇਟ ਕਰਕੇ ਸਾਰਿਆਂ ਦੇ ਪਾਸਿਸ ਉਹ ਅਰੇਂਜ ਕਰਵਾਏ। ਇਸ ਦੌਰਾਨ ਅਸੀਂ ਅੱਛਾ ਇਸ ਦੌਰਾਨ ਜੀ ਅਸੀਂ ਡੀਆਈਸੀ ਦੇ ਨਾਲ ਸਾਰਾ ਇੰਤਜ਼ਾਮ ਕੀਤਾ। ਇੰਡਸਟਰੀਅਲ ਏਰੀਆ ਦੇ ਵਿੱਚ ਪੈਚ ਵਰਕ ਕਰਵਾਇਆ ਮੇਨ ਦੇ ਵਿੱਚ। ਅੱਜ ਪੈਚ ਵਰਕ ਚੱਲ ਰਿਹਾ ਹੈ ਐਕਸਟੈਂਸ਼ਨ ਏਰੀਆ ਦੇ, ਅੱਜ ਚੱਲ ਰਿਹਾ ਹੈ, ਇਟ ਇਜ਼ ਅੰਡਰ ਪ੍ਰੋਸੈਸ। ਇਸ ਤੋਂ ਬਾਅਦ ਇੱਕ ਬੜਾ ਵੱਡਾ ਕੰਮ ਹੋਇਆ ਸੀਗਾ ਕਿ ਐਮਸੀ ਨੇ ਗਾਰਬੇਜ ਪਿਕਿੰਗ ਦਾ ਕੰਮ ਜੋ ਆਪਣੇ ਉੱਤੇ ਲੈ ਲਿੱਤਾ ਸੀਗਾ, ਜਿਹਦੀ ਫਿਕਸਡ ਚਾਰजेस ਸਾਡੇ ਪਾਏ ਸੀਗੇ 500 ਰੁਪਏ ਤੋਂ ਲੈ ਕੇ 2000 ਰੁਪਏ ਤੱਕ। ਉਹ ਐਮਸੀ ਨਾਲ ਅਸੀਂ ਗੱਲਬਾਤ ਕਰਕੇ ਇਹਨੂੰ ਹਟਵਾਇਆ ਹੈਗਾ। ਇਸ ਤੋਂ ਬਾਅਦ ਜੀ ਅਸੀਂ ਪੀਐਸਆਈਸੀ ਨਾਲ 2 ਜਾਂ 3 ਮੀਟਿੰਗਾਂ ਕੀਤੀਆਂ। ਇੱਕ ਉਹਨਾਂ ਦੇ ਐਮਡੀ ਸਾਹਿਬ ਸੀਗੇ, ਉਹਨਾਂ ਨਾਲ ਵੀ ਮਿਲੇ ਹੈਗੀਆਂ। ਜੋ ਐਨਹੈਂਸਮੈਂਟ ਦੇ ਪੈਸੇ ਜਮ੍ਹਾਂ ਹੋਣੇ ਸੀਗੇ ਉਹਦੀ ਐਕਸਟੈਂਸ਼ਨ ਲਿੱਤੀ ਹੈਗੀ ਹੈ। ਇੰਡਸਟਰੀਅਲ ਸਾਡੇ ਜਿਹੜੇ ਪਲਾਟਸ ਹੈ ਉੱਥੇ ਅਸੀਂ 15% ਜਿਹੜੀ ਰੈਜ਼ੀਡੈਂਸ਼ੀਅਲ ਦੀ ਸਾਡੀ ਬੜੀ ਪੁਰਾਣੀ ਚੱਲੀ ਆ ਰਹੀ ਸੀਗੀ ਉਹਨੂੰ ਕਰਵਾਇਆ ਹੈਗਾ ਕਿ 15% ਹੁਣ ਉੱਥੇ ਰੈਜ਼ੀਡੈਂਸ ਅਲਾਉਡ ਹੈਗੀ ਹੈ। ਚਲੋ ਵੀ ਦੱਸ ਦਿਓ ਵੀ ਨੋਟੀਫਿਕੇਸ਼ਨ ਵੀ ਆ ਗਈ ਹੈ ਉਹਦੀ। ਹਾਂ ਨੋਟੀਫਿਕੇਸ਼ਨ ਆ ਗਈ ਜੀ, ਸੀਐਮ ਸਾਹਿਬ ਨੇ ਹੁਣੇ ਹੀ 3-4 ਦਿਨ ਪਹਿਲਾਂ ਹੀ ਅਨਾਉਂਸ ਕੀਤਾ ਸੀਗਾ, ਉਹਦੇ ਵਿੱਚ ਉਹਨਾਂ ਨੇ ਕਰ ਦਿੱਤਾ ਹੈਗਾ। ਇੱਕ ਇੱਥੇ ਸਾਡੇ ਇਲਾਕੇ ਦੇ ਵਿੱਚ ਸੀਵੇਜ ਟ੍ਰੀਟਮੈਂਟ ਪਲਾਂਟ ਹੈਗਾ, ਉਹਦੀ ਜਿਹੜੀ ਬੜੀ ਭੈੜੀ ਮੁਸ਼ਕ ਆਇਆ ਕਰਦੀ ਸੀਗੀ ਏਰੀਆ ਦੇ ਵਿੱਚ, ਸਾਡੀ ਉੱਥੇ ਉਹਨਾਂ ਨਾਲ ਮੀਟਿੰਗ ਵੀ, ਉਹਨਾਂ ਨੂੰ ਲੈਟਰ ਵੀ ਪਾਇਆ, ਉਹਦੀ ਸਫਾਈ ਕਰਵਾਈ ਹੈਗੀ ਹੈ ਤੇ ਉਹ ਗੱਲਬਾਤ ਚੱਲ ਰਹੀ ਉਹਨੂੰ ਇੱਥੋਂ ਦੀ ਸ਼ਿਫਟ ਕਰਨ ਵਾਸਤੇ। ਉਸ ਤੋਂ ਬਾਅਦ ਹੁਣ ਇੱਕ ਸਮੱਸਿਆ ਖੜੀ ਹੋਈ ਸੀਗੀ ਕਿ 2 ਦਿਨਾਂ ਦਾ ਲੋਕਡਾਊਨ ਸ਼ੁਰੂ ਹੋ ਗਿਆ। ਆਪਾਂ ਡੀਸੀ ਸਾਹਿਬ ਨੂੰ ਮਿਲ ਕੇ ਆਏ ਸੀਗੇ, ਢਿੰਡਸਾ ਸਾਹਿਬ ਤੇ ਮੈਂ, ਤੇ ਇਹ ਤਾਂ ਪਹਿਲੇ ਤਾਂ ਇੱਕ ਤਾਂ ਲੋਕਡਾਊਨ ਜਿਹੜਾ ਹੈਗਾ ਉਹਨਾਂ ਨੇ 1 ਡੇ ਕਰ ਦਿੱਤਾ 2 ਦਿਨਾਂ ਤੋਂ। ਦੂਸਰਾ ਇਹ ਕਰ ਦਿੱਤਾ ਹੈਗਾ ਜੀ ਕਿ ਜਿਹੜੇ ਪਾਸਿਸ ਜੋ ਹੈਗੇ ਹੈ ਜੋ ਅਸੀਂ ਆਪਣੇ ਲੈਟਰਹੈਡ ਦੇ ਉੱਤੇ ਦਵਾਂਗੇ ਉਹ ਪਾਸਿਸ ਜੋ ਹੈਗੇ ਉਹ ਅਲਾਉਡ ਹੋਣਗੇ। ਤੇ ਅੱਜ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਜਿਹੜੇ ਪਿਛਲੇ ਪਾਸਿਸ ਸੀਗੇ, ਜੋ ਪਿਛਲੀ ਵਾਰੀ ਡੀਆਈਸੀ ਨੇ ਜਿਹੜੇ ਪਾਸਿਸ ਦਿੱਤੇ ਸੀਗੇ ਉਹ ਵੀ ਚੱਲਣਗੇ ਲੋਕਡਾਊਨ ਦੇ ਵਿੱਚ। ਉਸ ਤੋਂ ਬਾਅਦ ਸਰ ਆਪਾਂ ਬਲਵੀਰ ਸਿੱਧੂ ਜੀ ਨੂੰ ਤੇ ਪੀਐਸਆਈਸੀ ਤੇ ਅਸੀਂ ਮਿਲ ਕੇ ਆਏ ਹੈਗੇ ਆ। ਇੱਕ ਬੜੀ ਪੁਰਾਣੀ ਸਾਡੀ ਪ੍ਰੋਬਲਮ ਚੱਲੀ ਆ ਰਹੀ ਸੀਗੀ ਦੀ ਕਿ ਸਾਨੂੰ ਐਸੋਸੀਏਸ਼ਨ ਵਾਸਤੇ ਪਲਾਟ ਮਿਲੇ ਜਾਏ, तो ਅਸੀਂ ਸਿੱਧੂ ਸਾਹਿਬ ਨੂੰ ਵੀ ਮਿਲ ਕੇ ਆਏ ਆ ਤੇ ਪੀਐਸਆਈਸੀ ਦੇ ਵਿੱਚ ਵੀ ਅਸੀਂ ਮੈਮੋਰੈਂਡਮ ਦੇ ਕੇ ਆਏ ਹੈਗੇ ਆ। तो ਇਹ ਅੱਜ ਤੱਕ ਦੀ ਸਾਡੀ ਕਾਰਗੁਜ਼ਾਰੀ ਹੈਗੀ ਹੈ। ਇਹਦੇ ਉੱਤੇ ਤੁਹਾਡੇ ਕਮੈਂਟਸ ਵੀ ਚਾਹੀਦੇ ਆ, ਸੁਜੈਸ਼ਨਸ ਵੀ ਚਾਹੀਦੇ ਆ ਤੇ ਕਿਸ ਤਰ੍ਹਾਂ ਇੰਪਰੂਵ ਕਰੀਏ ਉਹ ਵੀ ਚਾਹੀਦਾ ਹੈਗਾ। सर इस वक्त सारे म्यूट है, जिस सज्जन ने कोई कमेंट करना हो प्लीज अपना अनम्यूट करके माइक पे कमेंट कर लो प्लीज।
Anybody wants to comment upon? ਚਲੋ ਤੁਸੀਂ ਸਾਰਿਆਂ ਨੂੰ ਅਨਮਿਊਟ ਕਰ ਦਿਓ, ਜਿਹੜਾ ਜੋ ਕਹਿੰਦਾ ਹੈਗਾ ਕਹੇ, ਕੋਈ ਇਸ਼ੂ ਨਹੀਂ। ਐਕਚੁਅਲੀ ਥੋੜਾ ਸ਼ੋਰ ਆ ਰਿਹਾ ਸੀਗਾ ਸਰ, ਮੈਂ ਕਰ ਦਿੰਦਾ, ਅਨਮਿਊਟ ਕਰ ਦਿੰਦਾ ਸਾਰਿਆਂ ਨੂੰ। ਕੋਈ ਗੱਲ ਹੀ ਨਹੀਂ। ਹਾਂਜੀ ਜਨਾਬ, तो ढिंडसा साहब ਤੁਸੀਂ ਦੱਸੋ ਜੀ, ਅੱਗੋਂ ਅੱਗੇ ਕੀ ਏਜੰਡਾ ਆਪਾਂ ਰੱਖਿਆ ਹੋਇਆ ਹੈਗਾ? ਸਰ ਨੈਕਸਟ ਹੈਗਾ ਜੀ ਕਿ ਅੱਗੋਂ ਆਪਾਂ ਨੇ ਕੀ ਕਰਨਾ ਹੈਗਾ ਜੀ, ਐਸੋਸੀਏਸ਼ਨ ਦੀਆਂ ਅਗਲੀਆਂ ਕੀ ਵਿਉਂਤਾਂ ਨੇ ਜੀ, what are the activities to be planned, ਜਾਂ ਸਾਡੀ ਫਿਊਚਰ ਦੀ ਪਲੈਨਿੰਗ ਸਾਡੀ ਕੀ ਹੈਗੀ ਹੈ, ਅਸੀਂ ਹੁਣ ਆਗਾਮੀ ਕੀ ਕਰਨਾ ਚਾਹੁੰਦੇ ਆ? ਦੱਸੋ ਸਰ, ਦੱਸੋ ਸਰ ਤੁਹਾਡੇ ਕੋਲ ਨੋਟ ਕਰਵਾਇਆ ਸੀ, ਉਹ ਪਲੀਜ਼ ਤੁਸੀਂ ਇੱਕ ਵਾਰੀ ਪੜ੍ਹ ਦਿਓ। ਚਲੋ ਲੋ ਸਰ, ਲੋ ਜੀ। ਅਸੀਂ ਇਸ ਤਰ੍ਹਾਂ ਕਰ ਰਹੇ ਸੀਗੇ ਜੀ, ਸਭ ਤੋਂ ਪਹਿਲੇ ਜੀ ਅਸੀਂ ਵੱਡੀ ਜਿਹੜੀ ਚੀਜ਼ ਸੋਚ ਰਹੇ ਸੀਗੇ ਕਿ ਅਸੀਂ ਸਟਾਰਟ ਕਰਨਾ ਹੈਗਾ ਕਿ ਅਸੀਂ PSIC ਨੂੰ ਅਪਰੋਚ ਕਰੀਏ ਕਿ FAR ਜਿਹੜਾ ਫਲੋਰ ਏਰੀਆ ਰੇਸ਼ੋ ਹੈਗਾ ਇੱਥੇ ਦਾ, ਉਹਨੂੰ ਵਧਾਇਆ ਜਾਏ ਤੇ ਐਟ ਪਾਰ ਕੀਤਾ ਜਾਏ ਐਟਲੀਸਟ ਜਿਹੜਾ 82 ਸੈਕਟਰ ਦੇ ਵਿੱਚ ਹੈਗਾ। ਦੂਸਰਾ ਅਸੀਂ FAR 3 ਵਾਸਤੇ ਅਸੀਂ ਮੰਗਿਆ ਹੈਗਾ, ਦੇਖਦੇ ਹਾਂ ਕੀ ਹੁੰਦਾ ਹੈਗਾ। ਦੂਸਰਾ ਸਾਡਾ ਇੱਕ ਚੱਲ ਰਿਹਾ ਸੀਗਾ ਕਿ ਮਿਊਨਿਸਪਲ ਕਾਰਪੋਰੇਸ਼ਨ ਨੇ ਸੜਕਾਂ ਜਿਹੜੀਆਂ ਬਣਾਉਣੀਆਂ ਹੈਗੀਆਂ ਏਰੀਆ ਦੇ ਵਿੱਚ, ਉਹਦੇ ਟੈਂਡਰ ਜਿਹੜੇ ਹੈਗੇ ਆ ਉਹ ਪਾਸ ਹੋਏ ਹੈਗੇ। ਤੋਂ ਸਾਡੀ ਪਹਿਲਾਂ ਤੇ ਕੋਸ਼ਿਸ਼ ਸੀਗੀ ਕਿ ਬਰਸਾਤਾਂ ਤੋਂ ਪਹਿਲੇ ਸੜਕਾਂ ਬਣ ਜਾਣ, ਲੇਕਿਨ ਉਹ ਮੇਰੇ ਖਿਆਲ ਅਜੇ ਪੋਸੀਬਲ ਨਹੀਂ ਹੈਗਾ। ਤੋਂ ਅਸੀਂ ਪੈਚ ਵਰਕ ਕਰਵਾ ਦਿੱਤਾ ਹੈਗਾ ਤੇ ਸੜਕਾਂ ਦਾ ਹੁਣ ਜਿਸ ਤਰ੍ਹਾਂ ਹੈਗਾ ਉਹਨੂੰ ਐਕਸਪੀਡੀਟ ਕਰਵਾਉਂਦੇ ਕਿ MC ਸਾਹਿਬ ਸਾਡੇ ਨਾਲ ਲੱਗੇ ਹੋਏ ਆ। ਇੱਕ ਗੱਲ ਸੀਗੀ ਕਿ PSIC ਨੇ ਜਿਹੜੀਆਂ ਸਾਨੂੰ ਰਿਆਇਤਾਂ ਦਿੱਤੀਆਂ ਹੈਗੀਆਂ, ਉਹ ਪੰਜਾਬ ਇਨਫੋਟੈਕ ਨੂੰ ਅਸੀਂ ਅਪਰੋਚ ਕਰੀਏ ਕਿ ਉਹ ਸਾਰੀਆਂ ਰਿਆਇਤਾਂ ਉਸੇ ਪੱਧਰ ਦੇ ਉੱਤੇ ਸਾਨੂੰ ਪੰਜਾਬ ਇਨਫੋਟੈਕ ਵਾਲੇ ਵੀ ਦੇਣ। ਇੱਕ ਅਸੀਂ DC ਸਾਹਿਬ ਨੂੰ ਮਿਲ ਕੇ ਇੱਕ ਮੈਮੋਰੈਂਡਮ ਦੇ ਰਹੇ ਹੈਗੇ ਆ, ਜਿਹਦੇ ਵਿੱਚ ਸਾਡੇ ਕੋਲ ਕਾਫੀ DC ਸਾਹਿਬ ਵਾਸਤੇ ਡਿਮਾਂਡਾਂ ਇਕੱਠੀਆਂ ਹੋਈਆਂ। ਇੱਕ ਤਾਂ ਪਹਿਲੀ ਸਾਡੀ ਇਹ ਡਿਮਾਂਡ ਹੈਗੀ ਹੈ ਜੀ ਕਿ ਸਾਨੂੰ ਐਡਰੈਸ ਕਰਨ ਸਾਡੇ ਮੈਂਬਰਸ ਨੂੰ ਜ਼ੂਮ ਦੇ ਰਾਹੀਂ, ਭਾਵੇਂ ਕਿਸੇ ਤਰ੍ਹਾਂ ਵੀ, ਤਾਂ ਕਿ ਜੋ ਸਰਕਾਰੀ ਜੋ ਸਕੀਮਾਂ ਆਈਆਂ ਹੋਈਆਂ ਹੈਗੀਆਂ ਉਹਨਾਂ ਦਾ ਲੋਕਾਂ ਨੂੰ ਪਤਾ ਚੱਲ ਸਕੇ। ਦੂਸਰਾ ਅਸੀਂ DC ਸਾਹਿਬ ਨੂੰ ਇਹ ਕਹਿਣਾ ਹੈਗਾ ਕਿ ਸਾਨੂੰ ਜਿਹੜੇ ਸਾਡੇ ਮੈਂਬਰ ਹੈਗੇ ਆ ਉਹਨਾਂ ਨੂੰ ਗ੍ਰੀਵੈਂਸਿਸ ਔਰ ਐਡਰੈਸਲ ਜਿਹੜੀ ਸੁਸਾਇਟੀ ਉਹਨਾਂ ਦਾ ਉਹ ਕਮੇਟੀ ਹੈਗੀ ਹੈ ਉਹਦੇ ਵਿੱਚ ਸਾਨੂੰ ਮੈਂਬਰ ਬਣਾਉਣ। ਇੱਕ ਅਸੀਂ ਆਪਣੇ ਕੋਲ ਇੱਥੇ ਚੈਂਬਰ ਦੇ ਵਿੱਚ ਅਸੀਂ ਆਪਣੇ ਕੋਲ ਚਾਹੁੰਦੇ ਹੈਗੇ ਆ ਕਿ ਅਲੱਗ-ਅਲੱਗ ਸਬ ਕਮੇਟੀਆਂ ਬਣਾਈਆਂ ਜਾਣ। ਤੋਂ ਜਿੰਨੇ ਮੈਂਬਰ ਹੈਗੇ ਆ ਉਹ ਆਪਣੇ ਨਾਮ ਦੇਣਾ ਚਾਹੁੰਦੇ ਆ, ਵਲੰਟੀਅਰ ਕਰਨਾ ਚਾਹੁੰਦੇ ਹੈਗੇ, ਉਹ ਵਲੰਟੀਅਰ ਕਰਨ ਤਾਂ ਜੋ ਹੈ ਅਸੀਂ ਸਾਰੀਆਂ ਕਮੇਟੀਆਂ ਬਣਾ ਸਕੀਏ। ਕਮੇਟੀਆਂ ਦੀ ਲਿਸਟ ਮੇਰੇ ਕੋਲ ਪਈ ਹੈਗੀ ਹੈ, ਇਸ ਤੋਂ ਬਾਅਦ ਜੋ ਹੈ ਮੈਂ ਤੁਹਾਨੂੰ ਦੱਸਾਂਗਾ। ਇਸ ਤੋਂ ਬਾਅਦ ਜੀ ਅਸੀਂ PSIC ਦੇ ਕੋਲ ਸਾਡੀ ਇੱਕ ਡਿਮਾਂਡ ਹੈਗੀ ਹੈ ਕਿ ਇੰਡਸਟਰੀਅਲ ਦੇ ਵਿੱਚ ਇੱਕ ਡੀਮਾਰਕੇਟਡ ਜੋ ਹੈਗਾ, ਮਤਲਬ ਡੈਡੀਕੇਟਡ ਪਾਰਕਿੰਗ ਜਿਹੜੀ ਹੈਗੀ ਹੈ ਉਹ ਦੋਵੇਂ ਪਾਸੇ ਦਿੱਤੀ ਜਾਏ। ਅਸੀਂ ਹੁਣ ਦੇਖ ਰਹੇ ਹਾਂ ਕਿ ਟਰਾਂਸਪੋਰਟ ਦੇ ਟਰੱਕ ਵੀ ਆਉਂਦੇ ਹੈਗੇ, ਬਾਹਰੋਂ ਜੀ ਗੱਡੀਆਂ ਆਉਂਦੀਆਂ ਹੈਗੀਆਂ, ਸੜਕਾਂ ਦੇ ਉੱਤੇ ਪੱਟੀਆਂ ਦੇ ਉੱਤੇ ਬੇਤਰਤੀਬੇ ਖੜੀਆਂ ਹੁੰਦੀਆਂ। ਤੋਂ ਇਹ ਸਾਡੀ ਉਹਨਾਂ ਨੂੰ ਗੱਲ ਚੱਲ ਵੀ ਰਹੀ ਹੈਗੀ ਹੈ ਕਿ ਇੱਕ ਡੈਡੀਕੇਟਡ ਪਾਰਕਿੰਗ ਦੋਵੇਂ ਪਾਸੇ ਇੱਕ ਦਿੱਤੀ ਜਾਏ। ਸਰ ਇਹਦੇ ਨਾਲ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਕਿ ਐਕਚੁਅਲੀ ਕੀ ਹੈਗਾ ਕਿ ਜਿਹੜੇ ਹੁਣ ਨੋਰਮਸ ਆ ਰਹੇ ਨੇ ਉਹ ਇਹ ਹੈਗਾ ਕਿ ਕਨਾਲ ਦੇ ਪਲਾਟ 'ਚ ਇੰਨੇ % ਤੋਂ ਇੰਨੀ ਗੱਡੀਆਂ ਦੀ ਪਾਰਕਿੰਗ ਚਾਹੀਦੀ ਹੈ, 2 ਕਨਾਲ ਦਾ ਪਲਾਟ ਹੈ ਤਾਂ ਇੰਨੀ ਗੱਡੀਆਂ ਦੀ ਪਾਰਕਿੰਗ ਚਾਹੀਦੀ ਹੈ। ਉਹ ਚੀਜ਼ ਹਟਾ ਕੇ ਜਿਵੇਂ ਸ਼ੋਰੂਮਸ ਦੇ ਅੱਗੇ ਇੱਕ ਪਾਰਕਿੰਗ ਪਲੇਸ ਹੁੰਦੀ ਹੈ, ਏਦਾਂ ਸਾਡੇ ਵੀ ਇੱਥੇ ਇੱਕ ਪਾਰਕਿੰਗ ਪਲੇਸ ਦਿਮਾਗ ਕ੍ਰੀਏਟ ਕਰ ਦੇਣ ਤਾਂ ਕਿ ਸਾਡਾ ਜਿਹੜਾ ਪਾਰਕਿੰਗ ਦਾ ਕੱਲੇ ਪਲਾਟ ਦਾ ਖਰਚਾ ਉਹ ਨਾ ਹੋਵੇ। ਕਿਉਂਕਿ ਕਈ ਪਲਾਟਸ ਦੇ ਵਿੱਚ ਕੀ ਹੈਗਾ ਕਿ ਕਦੇ ਵੀ ਵਿਜ਼ਟਰ ਨੇ 1 ਜਾਂ 2 ਵਿਜ਼ਟਰ ਨੇ ਦਿਨ ਵਿੱਚ ਆਉਣਾ ਹੈ, ਜਾਂ ਕਈਆਂ ਦੇ ਵਿਜ਼ਟਰ ਆਉਂਦਾ ਹੀ ਨਹੀਂ, ਸਿਰਫ ਫੈਕਟਰੀ ਚੱਲ ਰਹੀ ਹੈ, ਔਰ ਕਈਆਂ ਦੇ ਵਿਜ਼ਟਰ ਹੈਗੇ ਨੇ ਜਿਨ੍ਹਾਂ ਦੇ ਘੱਟੋ ਘੱਟ ਡੇਲੀ 100-150 ਵਿਜ਼ਟਰ ਆਉਣਾ ਹੈ। ਸੋ ਹਰ ਇੱਕ ਪਲਾਟ ਨੂੰ ਨਹੀਂ ਰੱਖਿਆ ਜਾ ਸਕਦਾ। ਇਸ ਕਰਕੇ ਇੱਕ ਕਾਮਨ ਲੈਂਡ ਜਾਂ ਕਾਮਨ ਸਾਨੂੰ ਜਗ੍ਹਾ ਦੇ ਕੇ ਉੱਥੇ ਪਾਰਕਿੰਗ ਸਰਕਾਰ ਬਣਾਵੇ। ਕਾਰਨ ਇਹ ਸੀਗਾ ਜੀ। ਪਾੜੇ ਸਾਹਿਬ ਅੱਗੇ ਪਲੀਜ਼। ਦੂਸਰਾ ਸਰ ਇੱਕ ਬੜਾ ਸਾਡੇ ਉੱਤੇ ਇੱਕ ਤਲਵਾਰ ਲਟਕ ਰਹੀ ਹੈਗੀ ਹੈ ਕਿ ਜਿਹੜੇ ਫਾਇਰ ਡਿਪਾਰਟਮੈਂਟ ਹੈਗੇ ਆ ਉਹਨੇ ਬੜੇ ਸਟ੍ਰਿੰਜੈਂਟ ਫਾਇਰ ਸੇਫਟੀ ਨਾਰਮਸ ਜਿਹੜੇ ਹੈਗੇ ਆ ਉਹ ਰਖਾਏ ਹੋਏ ਆ, ਔਰ ਇਹ ਜਿਹੜੇ ਨਾਰਮਸ ਇੰਡਸਟਰੀ ਵਾਸਤੇ ਫਾਇਰ ਡਿਪਾਰਟਮੈਂਟ ਨੇ ਰੱਖੇ ਹੋਏ ਆ ਉਹ ਇਸ ਤਰ੍ਹਾਂ ਦੇ ਹੈਗੇ ਆ ਕਿ 1 ਲੱਖ ਲੀਟਰ ਦਾ ਤੁਸੀਂ ਟੈਂਕ ਬਣਾਓਗੇ ਆਪਣੀ ਫੈਕਟਰੀ ਦੇ ਵਿੱਚ ਹਰ ਬੰਦਾ, ਔਰ ਇੱਕ ਆਲਟਰਨੇਟ ਸਟੇਅਰਵੇ ਕੱਢੋਗੇ ਬਾਹਰ ਆਉਣ ਲਈ। तो ये ਜਿਹੜੀਆਂ ਹੈਗੀਆਂ ਇਹ ਅਸੀਂ ਇਹ ਸੋਚਿਆ ਸੀਗਾ ਕਿ ਅਸੀਂ ਫਾਇਰ ਡਿਪਾਰਟਮੈਂਟ ਨੂੰ ਤੇ DC ਸਾਹਿਬ ਨੂੰ ਅਸੀਂ ਕਹੀਏ ਕਿ ਜਿਹੜੇ ਇਤਨੇ ਸਟ੍ਰਿੰਜੈਂਟ ਫਾਇਰ ਸੇਫਟੀ ਨਾਰਮਸ ਹੈਗੀਆਂ ਘੱਟ ਤੋਂ ਘੱਟ ਇਹ ਹਟਾਏ ਜਾਣ।
ਕਿਉਂਕਿ ਸਾਡੇ ਇੰਡਸਟਰੀਅਲ ਏਰੀਆ ਦੇ ਵਿੱਚ ਜਿਹੜਾ ਪਾਣੀ ਆਉਂਦਾ ਹੈਗਾ, ਵਾਟਰ ਦੀ ਜਿਹੜੀ ਸਪਲਾਈ ਹੈਗੀ, ਉਹ ਪੰਪ ਹੁੰਦਾ ਹੈਗਾ, ਉਹ ਓਵਰਹੈਡ ਟੈਂਕ ਤੋਂ ਨਹੀਂ ਆਉਂਦਾ ਹੈਗਾ। ਤੇ ਬੜੇ ਈਜ਼ੀਲੀ ਅਲੱਗ-ਅਲੱਗ ਜਗ੍ਹਾਵਾਂ ਦੇ ਉੱਤੇ ਫਾਇਰ ਹਾਈਡਰੈਂਟ ਲਗਾਏ ਜਾ ਸਕਦੇ ਹੈਗੇ ਫਾਇਰ ਡਿਪਾਰਟਮੈਂਟ ਦੀ ਹੈਲਪ ਵਾਸਤੇ। ਪਲੱਸ ਇੱਕ ਫਾਇਰ ਸਟੇਸ਼ਨ ਜਿਹੜਾ ਹੈਗਾ 11 ਫੇਜ਼ ਦੇ ਵਿੱਚ ਐਲੋਕੇਟਿਡ ਹੈਗਾ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੈਗੀ। ਉਹ ਆਪਾਂ ਚਾਹੁੰਦੇ ਹੈਗੇ ਆ ਕਿ ਫਾਇਰ ਸਟੇਸ਼ਨ ਜੋ ਹੈ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਬਣ ਸਕੇ। ਦੂਸਰਾ ਇੱਕ ਬੜਾ ਵੱਡਾ ਚੱਕਰ ਪਿਆ ਹੋਇਆ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਹੈਗਾ ਕਿ ਪੋਲਿਊਸ਼ਨ ਕੰਟਰੋਲ ਬੋਰਡ ਹੈਗਾ, ਉਹ ਕਹਿੰਦਾ ਹੈਗਾ ਜੀ ਕਿ ਤੁਸੀਂ ਆਪਣੀ ਸਾਰੀਆਂ ਰਜਿਸਟ੍ਰੇਸ਼ਨਸ ਕਰਾਓ। ਪਹਿਲੇ ਸੀਗਾ ਕਿ ਜਿਹੜੀ ਗ੍ਰੀਨ ਇੰਡਸਟਰੀ ਹੈਗੀ ਹੈ ਉਹਨੂੰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈਗੀ। ਹੁਣ ਉਹ ਕਹਿ ਰਹੇ ਕਿ ਆਪਣੀ ਰਜਿਸਟ੍ਰੇਸ਼ਨਸ ਕਰਾਓ ਔਰ ਪਿਛਲੇ ਜਿੰਨੇ ਸਾਲਾਂ ਦੇ ਜਿਹੜੇ ਪੈਸੇ ਹੈਗੇ ਹੈ ਉਹ ਤੁਸੀਂ ਪੇ ਕਰੋ। ਅੱਛਾ, ਪਲੱਸ ਇਹਨਾਂ ਦੀ ਵੀ ਜਿਹੜੀ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਵੀ ਜਿਹੜੀਆਂ ਨਾਰਮਸ ਹੈਗੀਆਂ ਬੜੇ ਸਖਤ ਹੈਗੀਆਂ। ਤੋ ਇਹ ਵੀ ਅਸੀਂ ਚਾਹੁੰਦੇ ਹੈਗੇ ਆ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਗੱਲਬਾਤ ਕਰਕੇ ਇਹਨਾਂ ਨੂੰ ਵੀ ਕੁਝ ਜੋ ਹੈ ਅਸੀਂ ਇਹਨਾਂ ਬਾਰੇ ਵੀ ਕਰੀਏ। ਸਰ ਇੱਕ ਮੈਂ ਇਹਦੇ ਪੁਆਇੰਟ ਐਡ ਕਰ ਦੇਣਾ ਚਾਹੁੰਦਾ। ਸਭ ਤੋਂ ਵੱਡੀ ਪ੍ਰੋਬਲਮ ਇਹਦੇ ਵਿੱਚ ਕੀ ਆਉਣੀ ਹੈ, ਉਹ ਕੀ ਚਾਹੁੰਦੇ ਨੇ ਕਿ ਅਸੀਂ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਹਾਲੇ ਤੱਕ ਨਹੀਂ ਕਰਾਈ, ਉਹ ਜਦੋਂ ਤੋਂ ਫੈਕਟਰੀ ਇੰਸਟਾਲ ਹੋਈ ਹੈ, ਸ਼ੁਰੂ ਹੋਇਆ ਕੰਮ ਉਹਨਾਂ ਦਾ, ਉਦੋਂ ਤੋਂ ਲੈ ਕੇ ਹੁਣ ਤੱਕ ਦੇ ਹਰ ਸਾਲ ਦੀ ਪੇਮੈਂਟ ਉਹਨਾਂ ਨੂੰ ਦਿੱਤੀ ਜਾਏ। ਇਹ ਪੋਸੀਬਲ ਨਹੀਂ ਹੈਗਾ ਔਰ ਬੜਾ ਤਕੜਾ ਹੈਫਟੀ ਅਮਾਉਂਟ ਬਣ ਜਾਏਗਾ ਜੇ ਇਸ ਤਰ੍ਹਾਂ ਇਹ ਇੰਪਲੀਮੈਂਟ ਹੋ ਗਿਆ। ਸੋ ਇਸ ਦੇ ਖਿਲਾਫ ਆਪਾਂ ਨੇ ਥੋੜੀ ਜਿਹੀ ਕਾਰਵਾਈ ਕਰਨੀ ਹੈ ਜੀ। ਜੇ ਆਵਾਜ਼ ਨਾ ਚੱਕੀ ਤਾਂ ਇਹ ਰੂਲ ਬਣ ਜਾਏਗਾ। ਐਗਜ਼ੈਕਟਿਵ ਨੇ ਇਸ ਚੀਜ਼ ਨੂੰ ਪਾਸ ਕਰ ਦਿੱਤਾ ਕਿ ਇਸ ਦੀ ਲੈਟਰ ਦਿੱਤੀ ਜਾਏ। ਅੱਗੇ ਬੜੇ ਸਰ। ਤੀਸਰਾ ਅਸੀਂ ਐਗਜ਼ੈਕਟਿਵ ਦੇ ਵਿੱਚ ਇੱਕ ਵੀ ਪਾਸ ਕਰਵਾਇਆ ਸੀਗਾ ਕਿ ਅਸੀਂ ਐਸਐਸਪੀ ਨੂੰ ਅਪਰੋਚ ਕਰੀਏ। ਅੱਜ ਕੱਲ ਕੀ ਹੈਗਾ ਕਿ ਲੋਕਾਂ ਦੇ ਕੰਮ ਘੱਟ ਹੈਗੇ ਹੈ, ਵਰਕਰਸ ਹੈਗੇ ਨਹੀਂ। ਸ਼ਾਮ ਨੂੰ 5 ਵਜੇ ਜਿਸ ਤਰ੍ਹਾਂ ਛੁੱਟੀ ਹੋ ਜਾਂਦੀ ਹੈ, ਸਾਰਾ ਇੰਡਸਟਰੀਅਲ ਏਰੀਆ ਸ਼ਾਮ ਨੂੰ 5 ਵਜੇ ਡਿਜ਼ਰਟਿਡ ਹੋ ਜਾਂਦਾ ਹੈਗਾ। ਤੋ ਅਸੀਂ ਐਸਐਸਪੀ ਨੂੰ ਸਾਹਿਬ ਨੂੰ ਮਿਲ ਕੇ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦੇ ਹੈਗੇ ਕਿ ਇੱਥੇ ਪੈਟਰੋਲਿੰਗ ਜਿਹੜੀ ਹੈਗੀ ਉਹ ਸਟੈਪ ਅਪ ਕੀਤੀ ਜਾਏ। ਪਲੱਸ ਇੱਥੇ ਚਾਹੁੰਦੇ ਹੈਗੇ ਕਿ ਦੋਵੇਂ ਪਾਸੇ ਐਕਸਟੈਂਸ਼ਨ ਏਰੀਆ 'ਚ ਵੀ ਤੇ ਮੇਨ ਵਾਈ ਉਹਨਾਂ ਦਾ ਕੋਈ ਜਿਹਨੂੰ ਕਹਿੰਦੇ ਨੇ ਇੱਕ ਪਰਮਾਨੈਂਟ ਉਹ ਬਣਾਉਣ ਇੱਥੇ ਸਟੇਸ਼ਨ, ਉਹਦੇ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਤੇ ਐਸਐਸਪੀ ਨੂੰ ਅਪਰੋਚ ਕਰਨਾ ਸੀਗਾ। ਇੱਕ ਅਸੀਂ ਚਾਹੁੰਦੇ ਹੈਗੇ ਆ, ਅਵਤਾਰ ਸੋਨਪਾਲ ਜੀ ਨੇ ਪਿਛਲੀ ਵਾਰੀ ਸਾਨੂੰ ਸੁਜੈਸਟ ਕੀਤਾ ਸੀਗਾ ਕਿ ਸਿਵਲ ਡਿਫੈਂਸ ਜਿਹੜਾ ਹੈਗਾ ਉਹ ਇੱਥੇ ਸਟਾਰਟ ਕੀਤਾ ਜਾਏ। ਉਹਦੇ ਵਾਸਤੇ ਵੀ ਅਸੀਂ ਗੱਲਬਾਤ ਅੱਗੇ ਚਲਾਉਣਾ ਚਾਹੁੰਦੇ ਹਾਂ। ਉਹ ਵੀ ਡੀਸੀ ਸਾਹਿਬ ਕਰਦੇ ਹੈਗੇ ਆ ਜਾਂ ਮੇਰੇ ਹਿਸਾਬ 'ਚ ਐਸਐਸਪੀ ਆਫਿਸ ਦੇਖਦੇ ਹੈਗੇ ਆ, ਉਹ ਦੇਖ ਕੇ ਤੇ ਇਹਨੂੰ ਅਸੀਂ ਅੱਗੇ ਚੱਲਣਾ ਚਾਹੁੰਦੇ ਹਾਂ। ਉਸ ਤੋਂ ਇਲਾਵਾ ਜੀ ਅਸੀਂ ਆਪਣੇ ਕੋਲ ਕਮੇਟੀਆਂ ਬਣਾਉਣੀ ਹੈਗੀਆਂ। ਪਲੱਸ ਇੱਕ ਵਿੱਚ ਜ਼ਰੂਰੀ ਜਿਹੜਾ ਕੰਮ ਅਸੀਂ ਦੇਖਣ ਬੈਠੇ ਹੋਏ ਸੀਗੇ ਕਿ ਸੈਕਟਰੀ ਇੰਡਸਟਰੀਜ਼ ਜਿਹੜਾ ਹੈਗਾ ਅਸੀਂ ਉਹਨੂੰ ਅਪਰੋਚ ਕਰੀਏ ਕਿ ਜਿਹੜੇ PSSI ਔਰ ਇਨਫੋਟੈਕ ਦੇ ਜਿਹੜੇ ਪਲਾਟਸ ਹੈਗੇ ਆ ਉਹਨਾਂ ਦੀ ਅਲਾਟਮੈਂਟ ਜਿਹੜੀ ਹੋਏ, ਉਹਦੀ ਜੋ ਆਕਸ਼ਨ ਜਿਹੜੀ ਹੈਗੀ ਉਹ ਬੰਦ ਕੀਤੀ ਜਾਏ ਤੇ ਅਲਾਟਮੈਂਟ ਹੋਏ, ਤਾਂ ਜੋ ਅਸੀਂ ਵੀ ਉਹਨੂੰ ਮਤਲਬ ਜਿਹਨੂੰ ਕਹਿੰਦੇ ਆ ਪ੍ਰੈਫਰੈਂਸ਼ੀਅਲ ਬੇਸਿਸ ਸਮਝ ਲਓ, ਜਾਂ ਅਸੀਂ ਵੀ ਉਹਦੇ ਚ ਵੱਧ ਸਕੀਏ ਔਰ ਬੇਇੰਤਹਾ ਉੱਚੇ ਪ੍ਰਾਈਸਿਸ ਦੇ ਉੱਤੇ ਪਲਾਟਸ ਨਾ ਜਾਣ। ਔਰ ਇਹਦੇ ਚ ਇੱਕ ਹੋਰ ਐਡ ਕਰਨਾ ਸਰ ਕਿ ਜਿਹੜੇ ਪਲਾਟਸ ਹੈਗੇ ਨੇ ਨਾ, ਉਹ ਹੁਣ ਕੀ ਨਵਾਂ ਕੰਮ ਕਰਦਾ ਸਰਕਾਰ ਨੇ, ਜਾਂ ਤਾਂ ਆਕਸ਼ਨ ਕਰਦੇ ਨੇ ਜਾਂ ਉਹ ਪ੍ਰਾਈਵੇਟ ਡਿਵੈਲਪਰ ਨੂੰ ਦੇ ਦਿੰਦੇ ਨੇ ਉਹਨੂੰ ਇੰਡਸਟਰੀਅਲ ਏਰੀਆ ਡਿਵੈਲਪ ਕਰਨ ਵਾਸਤੇ। ਔਰ ਜਿਹੜਾ ਪ੍ਰਾਈਵੇਟ ਡਿਵੈਲਪਰ ਹੈਗਾ ਜੀ ਉਹ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਕਰਦਾ। ਆਪਾਂ ਨੇ ਆਲੇ ਦੁਆਲੇ ਆਪਣੇ ਦੇਖ ਹੀ ਲਿਆ। ਇਸ ਕਰਕੇ ਨਾ ਤਾਂ ਪ੍ਰਾਈਵੇਟ ਡਿਵੈਲਪਰ ਨੂੰ ਦਿੱਤਾ ਜਾਵੇ, ਜਿਵੇਂ ਪਹਿਲਾਂ ਸਰਕਾਰ ਕ੍ਰੈਡੈਂਸ਼ੀਅਲਸ ਦੇਖ ਕੇ ਅਲਾਟਮੈਂਟ ਕਰਦੀ ਸੀ, ਉਵੇਂ ਅਲਾਟਮੈਂਟ ਕੰਟੀਨਿਊ ਰੱਖੇ ਤਾਂ ਕਿ ਜਿਹੜੇ ਨਵੇਂ ਆਉਣ ਵਾਲੇ ਇੰਡਸਟਰੀਅਲਿਸਟ ਨੇ, ਆਪਣੇ ਬੱਚੇ ਨੇ, ਉਹ ਘੱਟੋ ਘੱਟ ਆਪਣੀਆਂ ਫੈਕਟਰੀਆਂ ਖੋਲ ਸਕਣ। ਸਰ ਬਿਲਕੁਲ ਸਰ ਹੋ ਗਿਆ ਕੰਪਲੀਟ ਹੈ ਜੀ। ਬਿਲਕੁਲ ਸਰ, ਅਸੀਂ ਪਿਛਲੀ ਵੀ ਕਾਰਗੁਜ਼ਾਰੀ ਦੱਸੀ ਜੋ ਅੱਗੇ ਆਪਣੇ ਸਾਡੇ ਮਤਲਬ ਜਿਹਨੂੰ ਕਹਿੰਦੇ ਨੇ ਇੱਕ ਰੋਡ ਮੈਪ ਹੈਗਾ, ਥੋੜਾ ਛੋਟਾ ਮੋਟਾ ਉਹ ਤਿਆਰ ਹੈਗਾ। ਬਾਕੀ ਹੁਣ ਸਾਰੇ ਮੈਂਬਰਸ ਹੈਗੇ ਆ, ਉਹ ਸਾਨੂੰ ਸੁਜੈਸਟ ਕਰਨਗੇ, ਸਾਨੂੰ ਕਰੈਕਟ ਕਰਨਗੇ। ਨਹੀਂ ਸਰ, ਉਸ ਤੋਂ ਪਹਿਲਾਂ ਇੱਕ ਹੋਰ ਹੈ ਜੀ ਸਰਜੀਤ ਅੰਮ੍ਰਿਤਪਾਲ ਜੀ, ਤੁਸੀਂ ਬੇਨਤੀ ਕਰਨੀ ਹੈ ਸਾਰਿਆਂ ਨੂੰ, ਇੱਕ ਤੇ ਸਾਰੇ ਸੱਜਣ ਆਪਣੇ ਮੈਂਬਰ ਵੀ ਵਧਾਉਣ ਔਰ ਨਾਲ ਫੀਸ ਵੀ ਜਿਨ੍ਹਾਂ ਨੇ ਨਹੀਂ ਪੇ ਕੀਤੀ ਤੇ ਉਹ ਵੀ ਪੇ ਕਰਨ। ਸਰ ਇਹ ਹੁਣ ਤੁਹਾਡੇ ਮੁਖਾਰਬਿੰਦ ਤੋਂ ਇਹ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਜੀ ਕਿ ਸਰ ਘੱਟੋ ਘੱਟ ਐਗਜ਼ੈਕਟਿਵ ਮੈਂਬਰ ਦਾ ਫੀਸ ਦੇਣ, ਜਿਹੜੇ ਐਸੇ ਆਨਲਾਈਨ ਆ ਉਹ ਦੇ ਕੇ ਜਾਣ। ਬਿਲਕੁਲ ਜ਼ਰੂਰੀ ਹੈ ਸਰ। ਘੱਟੋ ਘੱਟ ਆਨਲਾਈਨ ਆ ਤਾਂ 50% ਦੀ ਫੀਸ ਨਹੀਂ ਆਈ ਅੱਜ ਸਰ। ਅੱਜ ਸਾਰੇ ਐਗਜ਼ੈਕਟਿਵ ਨਹੀਂ, ਅੱਜ ਸਾਰੀ ਜਨਤਾ ਖੁੱਲਾ ਦਰਬਾਰ ਹੈ। ਖੁੱਲਾ ਦਰਬਾਰ ਆ, ਫਿਰ ਤਾਂ ਬਹੁਤ ਘੱਟ ਫੀਸ ਆਈ ਹੈ ਸਾਰੀ। ਫਿਰ ਸਾਰਿਆਂ ਨੂੰ ਤੁਸੀਂ ਕਹੋ, ਆਪਣੇ ਆਪ ਵੱਲੋਂ ਤੁਸੀਂ ਕਹੋ ਤੇ ਫਿਰ ਆਪਾਂ ਜ਼ਰੂਰੀ ਹਰਜੀਤ ਜੀ ਰਿਕੁਐਸਟ ਕਰਨਗੇ ਹੁਣ। ਮੈਂ ਤਾਂ ਬਾਰ-ਬਾਰ ਰੋਜ਼ ਕਰਦਾ ਰਹਿਣਾ ਰਿਕੁਐਸਟ, ਫਿਰ ਵੀ ਫੇਰ ਕਹਿਣਾ ਮੈਂ ਸਾਰੇ ਸੱਜਣਾਂ ਨੂੰ ਜਿਹੜੇ ਇੰਡਸਟਰੀਲਿਸਟ ਆਪਣੇ ਹੈਗੇ ਆ,
ਜਲਦੀ ਤੋਂ ਜਲਦੀ ਆਪਣੇ ਨੂੰ ਰਜਿਸਟਰ ਕਰਾਓ। ਉਹਦਾ ਬੈਨੀਫਿਟ ਇਹ ਹੈ ਕਿ ਕਈ ਬੰਦੇ ਹੁਣ ਕੱਲ ਪੁਨੀਤਪਾਲ ਜੀ ਸੁਜੈਸ਼ਨ ਦੇ ਰਹੇ ਸੀਗੇ ਕਿ ਕੈਮਰੇ ਲਵਾਓ। ਇਹ ਚੀਜ਼ਾਂ ਤਾਂ ਹੀ ਪੋਸੀਬਲ ਹੋਣਗੀਆਂ ਜੇ ਅਸੀਂ ਪੈਸੇ ਸਾਡੇ ਕੋਲ ਹੋਣਗੇ, ਠੀਕ ਹੈ, ਤਾਂ ਹੀ ਉਹਨਾਂ ਬਾਰੇ ਸੋਚ ਸਕਦੇ ਹਾਂ। ਇਹ ਜੋ ਸੀਸੀਟੀਵੀ ਕੈਮਰਾ ਲਗਾਉਣ ਦਾ ਸਰ ਸਿਸਟਮ ਹੈਗਾ ਨਾ, ਇਹ ਅਸੀਂ ਅੱਗੇ ਵੀ ਇੱਕ ਵਾਰੀ ਮਤਲਬ ਇੱਥੇ 11 ਫੇਸ ਥਾਣੇ ਦੇ ਨਾਲ ਰਲ ਕੇ ਅਸੀਂ ਸਟਾਰਟ ਵੀ ਕੀਤਾ ਸੀਗਾ, ਪਰ ਉਹ ਚਲੋ ਸਿਰੇ ਨਹੀਂ ਚੜ ਸਕਿਆ। ਹੁਣ ਚੜਾਵਾਂਗੇ ਇਹਨੂੰ, ਪਰ ਉਹ ਡਿਪੈਂਡ ਤਾਂ ਹੀ ਕਰਦਾ ਹੈਗਾ, ਇਹਦੇ ਉੱਤੇ ਡਿਪੈਂਡ ਕਰਦਾ ਕਿ ਸਾਡੇ ਕੋਲ ਕਿੰਨੇ ਮੈਂਬਰ ਸਾਡੇ ਨਾਲ ਜੁੜਦੇ ਨੇ। ਜੁੜਦੇ ਆ ਸਾਡੇ ਕੋਲ ਫੰਡ ਦੀ ਅਵੇਲੇਬਿਲਿਟੀ ਹੋਵੇ। ਕੰਮ ਤਾਂ ਸਰ ਕਈ ਕਰਨ ਵਾਲੇ ਨੇ। ਹੁਣ ਜਿਵੇਂ ਗਰਮੀਆਂ ਪੈ ਰਹੀਆਂ ਨੇ, ਆਪਾਂ ਨੇ ਸੋਚਿਆ ਵੀ ਸੀਗਾ, ਐਗਜ਼ੈਕਟਿਵ 'ਚ ਵੀ ਗੱਲ ਕੀਤੀ ਸੀਗੀ ਵੀ ਇੱਕ ਕੂਲਰ ਦੀ ਵੀ ਲੋੜ ਹੈ, ਤੇ ਅਸੀਂ ਚਾਹੁੰਦੇ ਹੁਣ ਜਿਵੇਂ ਅੱਜ ਸਾਰੇ ਸੱਜਣ ਇਕੱਠੇ ਹੈਗੇ ਆ, ਤੇ ਜੇ ਕੋਈ ਡੋਨੇਟ ਕਰ ਸਕਦਾ ਤਾਂ ਕੂਲਰ ਡੋਨੇਟ ਕਰਦੇ, ਜਾਂ 2 4 5 10 ਜਾਣੇ ਮਿਲ ਕੇ ਡੋਨੇਟ ਕਰ ਸਕਦੇ ਆ, ਉਹ ਵੀ ਕਰ ਦੇਣ। ਸਰ ਐਸੋਸੀਏਸ਼ਨ ਦਾ ਬੇਸਿਕਲੀ ਕੰਮ ਚੱਲਦਾ ਹੀ ਪੈਸੇ ਦੇ ਨਾਲ ਹੈ। ਥੋੜਾ ਬਹੁਤ ਪੈਸਾ ਹੋਵੇ ਤਾਂ ਐਸੋਸੀਏਸ਼ਨ ਸਟਰੋਂਗ ਹੋ ਕੇ ਅੱਗੇ ਚੱਲੀ ਜਾਂਦੀ ਹੈ, ਔਰ ਉਹ ਪੈਸਾ ਵਰਤਿਆ ਜਾਣਾ ਤਾਂ ਮੈਂਬਰਸ ਵਾਸਤੇ ਹੀ ਹੈ। ਜਾਨੀ ਆਪਾਂ ਨੇ ਇਹ ਕਹਿ ਲਈਏ ਕਿ ਘਿਓ ਡੁੱਲੂ ਸਤੂਏ ਪਊ, ਔਰ ਬਹੁਤਾ ਕੋਈ ਅਮਾਉਂਟ ਵੀ ਹੈ ਨਹੀਂ। ਆਪਾਂ ਨੇ ਸਾਰੇ ਜਿਹੜੇ ਸੱਜਣ ਇਕੱਠੇ ਹੋਏ ਸੀ ਜਦੋਂ ਡਿਸਾਈਡ ਕੀਤਾ ਸੀਗਾ, ਇਹ ਪੈਸਾ ਤਾਂ ਸਿਰਫ ਮੇਰੇ ਕੋਲ 2000 ਰੁਪਇਆ ਜਿਹੜਾ ਹੈਗਾ ਪੁਰਾਣੇ ਮੈਂਬਰਸ ਵਾਸਤੇ ਪਰ ਸਾਲ ਦਾ ਹੈਗਾ, ਤੇ ਜਿਹੜੇ ਨਵੇਂ ਮੈਂਬਰਸ ਆ ਉਹਦੇ 3000 ਮੇਰਾ ਖਿਆਲ ਇੰਨਾ ਤਾਂ ਆਪਣੇ ਜਿਹੜੇ ਅਖਬਾਰਾਂ ਦੇ ਬਿੱਲ ਵੀ ਕਰਦੇ ਨਹੀਂ ਹੁੰਦੇ ਸਰ। ਸੋ ਸਾਰਿਆਂ ਨੂੰ ਬੇਨਤੀ ਹੈ ਜੀ, ਉਹ ਕੀ ਕਿਰਪਾ ਕਰਕੇ ਆਪਣੇ ਜਿਹੜੇ ਡਿਊਜ਼ ਹੈਗੇ ਨੇ, ਨਾਟ ਡਿਊਜ਼ ਬਟ ਫੀਸ ਜਿਹੜੀ ਹੈਗੀ ਹੈ ਇਸ ਵਾਰ ਦੀ, ਉਹ ਪਲੀਜ਼ ਜਲਦੀ ਤੋਂ ਜਲਦੀ ਪੇ ਕਰ ਦੇਣ। ਪਰ ਨੈਕਸਟ ਉਹਦੇ ਤੇ ਚੱਲੀਏ ਜੀ। ਜਿੰਨੀ ਜਲਦੀ ਜਲਦੀ ਆਪਾਂ ਆਇਡੈਂਟੀ ਕਾਰਡ ਬਣਾਵਾਂਗੇ। ਹਾਂਜੀ ਸਰ, ਜਿੰਨੀ ਜਲਦੀ ਪੇ ਕਰਨਗੇ ਉਨੀ ਜਲਦੀ ਆਇਡੈਂਟੀ ਕਾਰਡ ਬਣਨਗੇ ਸਾਰਿਆਂ ਦੇ। ਬਿਲਕੁਲ ਸਰ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਅੱਛਾ, ਇੱਕ ਅੱਗੇ ਸਰ ਜਿਹੜੇ ਮੈਂਬਰਸ ਰਹਿ ਗਏ ਨੇ ਉਹਨਾਂ ਨੂੰ ਰਿਮਾਈਂਡਰ ਪਾ ਦਿਓ ਸਰ। ਇੱਕ ਵਿੱਚ ਸਰ ਗੱਲ ਮੈਂ ਦੱਸਣੀ ਭੁੱਲ ਗਿਆ ਹੈਗਾ, ਆਪਾਂ ਇੱਕ ਗੱਲ ਸੋਚੀ ਸੀਗੀ ਕਿ 15 ਅਗਸਤ ਨੂੰ ਮਿਸਟਰ ਢਿੰਡਸਾ ਸਾਹਿਬ ਦੱਸ ਰਹੇ ਸੀਗੇ ਕਿ ਆਪਾਂ ਕੋਈ ਸਵਿੰਗ ਮਸ਼ੀਨਾਂ ਜਾਂ ਕਿਸੇ ਨੂੰ ਡੋਨੇਟ ਕਰਨਾ ਚਾਹੁੰਦੇ ਸੀਗੇ, ਤੇ ਉਹਦੇ ਬਾਰੇ ਕੋਈ ਦਾਨੀ ਸੱਜਣ ਦੇਣਾ ਚਾਹੁੰਦੇ ਹੋਣ ਤੇ ਠੀਕ ਹੈ, ਨਹੀਂ ਤਾਂ ਫਿਰ ਐਸੋਸੀਏਸ਼ਨ ਚੈਂਬਰ ਜਿਹੜਾ ਹੈਗਾ ਆਪਣੇ ਲੈਵਲ ਦੇ ਉੱਤੇ ਫਿਰ ਕੁਛ ਨਾ ਕੁਛ ਕਰੇਗੀ। ਸਰ ਏਦਾਂ ਹੈਗਾ, 15 ਅਗਸਤ ਨੂੰ ਜਿਹੜਾ ਆਪਣਾ ਜ਼ਿਲ੍ਹੇ ਦਾ ਸਮਾਗਮ ਹੁੰਦਾ ਹੈ ਕਾਲਜ ਦੇ ਵਿੱਚ, ਗਵਰਨਮੈਂਟ ਕਾਲਜ ਦੇ ਵਿੱਚ, ਉੱਥੇ ਸਮਾਗਮ ਦੇ ਦੌਰਾਨ ਇਹ ਪ੍ਰਪੋਜ਼ਲ ਸੀਗੀ ਕਿ ਆਪਾਂ ਜਿਹੜੇ ਗਰੀਬ ਗ੍ਰਹਿਣੀਆਂ ਨੇ ਜਾਂ ਲੋੜਵੰਦ ਨੇ, ਉਹਨਾਂ ਨੂੰ 5-7 ਜਿਹੜੀਆਂ ਸਿਲਾਈ ਮਸ਼ੀਨਾਂ ਆਪਾਂ ਥਰੂ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਡੋਨੇਟ ਕਰੀਏ। ਤੇ ਇਸ ਦੇ ਬਾਰੇ ਜੇ ਮਤਲਬ ਕੋਈ ਸੱਜਣ ਥੋੜਾ ਬਹੁਤ ਆਪਣਾ ਤਿਲ ਫੁੱਲ ਪਾਉਣਾ ਚਾਹੁੰਦਾ, ਉਹ ਪਲੀਜ਼ ਹਰਜੀਤ ਜੀ ਕੋਲ ਸਪੈਸ਼ਲੀ ਅਲੱਗ ਉਹਦੇ ਹੈਡ ਦੇ ਵਿੱਚ ਨੋਟ ਕਰਵਾ ਜਾਣ। ਤੇ ਸਰ ਮਸ਼ੀਨ ਕਾਸਟ ਕਿੰਨੀ ਹੈ? ਸਰ ਮੇਰਾ ਖਿਆਲ ਤਕਰੀਬਨ 1000-1200 ਰੁਪਏ ਦੀ ਮਸ਼ੀਨ। ਨਹੀਂ ਸਰ 1500 ਤੋਂ 1800 ਤੱਕ ਦੀ ਕੋਈ ਮਸ਼ੀਨ ਆਂਦੀ ਹੈ ਜੋ ਯੂਜ਼ਫੁਲਨੈਸ ਹੋਏ ਜੀ ਦੀ। ਠੀਕ ਹੈ, 1500 ਤੋਂ 1800 ਸਰ। ਹਾਂਜੀ ਸਰ, ਉਹ ਮਸ਼ੀਨ ਦੀ ਕਾਸਟ ਡਿਫਾਈਨ ਕਰਕੇ ਸਰ ਉਹਨੇ ਪੈਸੇ ਜਿਹੜਾ ਬੰਦਾ ਜਮ੍ਹਾਂ ਕਰਾਉਣਾ ਚਾਹੁੰਦਾ ਉਹਦੇ ਤੋਂ ਅੰਮ੍ਰਿਤਪਾਲ ਜੀ ਕੋਲੋਂ ਜਮ੍ਹਾਂ ਕਰਵਾ ਦਿੰਦੇ ਆ। ਬਿਲਕੁਲ ਠੀਕ ਸਰ, ਬਿਲਕੁਲ ਠੀਕ ਸਰ। ਚਲੋ ਇਹਦੇ ਬਾਰੇ ਆਪਾਂ ਨਾ ਇੱਕ ਡਿਟੇਲਡ ਉਹ ਬਣਾ ਕੇ ਤੇ ਗਰੁੱਪ ਦੇ ਵਿੱਚ ਪਾਣੇ ਹੈਗੇ ਆ, ਤੇ ਜਿਸ ਤਰ੍ਹਾਂ ਜਿਹਦੀ ਜੋ ਹੋਏਗੀ ਉਹ ਦੱਸੇਗਾ। ਜਾਂ ਸਰ ਹੈਂਡੀਕੈਪ ਚੇਅਰ ਪਾ ਲਓ। ਹਾਂਜੀ, ਜਿਹੜੀ ਵੀਲ ਚੇਅਰ ਹੁੰਦੀ ਹੈਂਡੀਕੈਪ ਵਾਸਤੇ ਉਹ ਵਾਲੀ ਪਵਾ ਲਓ। ਹਾਂ, that could also be wheelchair ਪਾੜੇ ਸਰ ਮੇਰੇ ਖਿਆਲ ਮਹਿੰਗੀ ਹੋਏਗੀ ਉਹਦੇ ਨਾਲੋਂ, ਜਾਂ ਸਵਿੰਗ ਮਸ਼ੀਨ? ਹਾਂਜੀ, ਉਹ ਵੀਲ ਚੇਅਰ ਕਰੀਬ 6000 ਦੀ ਹੈ ਜੀ। ਨਹੀਂ, ਉਹ ਟ੍ਰਾਈਸਾਈਕਲ ਹੈ ਸਰ 6000 ਵਾਲਾ। ਹਾਂ, ਟ੍ਰਾਈਸਾਈਕਲ। ਇਹ ਵੀਲ ਚੇਅਰ ਦੀ ਗੱਲ ਕਰ ਰਹੇ ਨੇ, ਇਹ ਵੀ ਸੋਹਣਾ ਪ੍ਰਪੋਜ਼ਲ ਹੈ ਸਰ, ਦੈਟਸ ਅ ਗੁੱਡ ਪ੍ਰਪੋਜ਼ਲ। ਬਿਲਕੁਲ ਅੱਛਾ, ਉਹਦੇ ਪਿੱਛੇ ਤੁਹਾਡਾ ਲਿਖਿਆ ਜਾਏਗਾ ਨਾ MCIC ਵੱਲੋਂ ਕੋਈ ਡੋਨੇਸ਼ਨ ਹੋਈ ਹੈ। ਬਿਲਕੁਲ, ਉਹ ਤਾਂ ਆਪਾਂ ਮਸ਼ੀਨ ਤੇ ਵੀ ਲਿਖਵਾ ਦਾਂਗੇ, ਬਟ ਦਿਸ ਇਜ਼ ਗੁੱਡ। ਆਪਾਂ ਉਹ ਇਹ ਵੀਲ ਚੇਅਰ ਵੀ ਦੇ ਸਕਦੇ ਹਾਂ ਸਰ। ਸਰ ਸਰਕਾਰੀ ਹਸਪਤਾਲ ਨੂੰ ਦੇ ਦਿਓ ਨਾ। ਠੀਕ ਹੈ ਜੀ, ਠੀਕ ਹੈ ਸਰ, ਬਿਲਕੁਲ ਠੀਕ ਹੈ। ਸਰਕਾਰੀ ਹਸਪਤਾਲ 'ਚ ਇਹਨਾਂ ਦੀ ਲੋੜ ਹੁੰਦੀ ਹੈ। ਜਿਹੜਾ ਮਸ਼ੀਨ ਦੀ ਕਾਸਟ ਡੋਨੇਟ ਡੋਨੇਟ ਕਰਨਾ ਚਾਹੁੰਦਾ ਉਹ ਮਨੀਸ਼ ਮਸ਼ੀਨ ਕਰ ਦੇਵੇ, ਜਿਹੜਾ ਚੇਅਰ ਦੀ ਕਰਨਾ ਚਾਹੁੰਦਾ ਉਹ ਚੇਅਰ ਕਰ ਦੇਵੇ ਜੀ। ਯੂ ਆਰ ਰਾਈਟ, ਉਹ ਹੋ ਜਾਵੇ ਜੁਆਇੰਟਲੀ ਐਸੋਸੀਏਸ਼ਨ ਵੱਲੋਂ। ਬਿਲਕੁਲ ਠੀਕ ਕਹਿ ਰਹੇ ਹੋ ਸਰ ਤੁਸੀਂ, ਬਿਲਕੁਲ ਠੀਕ। ਕੋਈ ਇੰਡੀਵਿਜੂਅਲ ਬੰਦਾ ਕਰ ਦੇਗਾ ਜੀ ਤੁਹਾਡੇ। ਪਟੇ ਸਾਹਿਬ ਇਹ ਪਲੀਜ਼ ਨੋਟ ਕਰ ਲਓ, ਆਪਾਂ ਨੇ ਜਿਹੜੀ ਵੀਲਚੇਅਰ ਦੀ ਕਾਸਟ ਹੋਈ ਆਪਾਂ ਪਤਾ ਕਰ ਲਈਏ। ਮੈਂ ਸਭ ਕੁਝ ਨੋਟ ਕਰ ਰਿਹਾ। ਤੇ ਸਰ ਪਟੇ ਸਾਹਿਬ ਇੱਕ ਚੀਜ਼ ਮੇਰੇ ਖਿਆਲ ਤੇ ਸ਼ਾਇਦ ਹੋਰ ਰਹਿ ਗਈ, ਉਹ ਸੀਗੀ ਕਿ ਆਪਾਂ ਨੇ ਸੋਚਿਆ ਸੀਗਾ ਕਿ ਇਸ ਵਾਰੀ ਜੇ ਥੋੜੇ ਬਹੁਤ ਮਾਲੀਆ ਇਕੱਠਾ ਹੁੰਦਾ ਹੈਗਾ, ਉਹ ਵੀ ਮੈਂਬਰਸ ਤੇ ਫਿਰ ਉਹੀ ਮਾਲੀਆ ਤੇ ਹੀ ਗੱਲ ਆ ਗਈ, ਫੀਸ ਤੇ ਹੀ ਗੱਲ ਆ ਗਈ, ਕਿ ਆਪਾਂ ਇਨਸਟੈਡ ਆਫ ਮੇਕਿੰਗ ਡਾਇਰੈਕਟਰੀ ਆਪਾਂ ਇੱਕ ਮੋਬਾਈਲ ਐਪ ਐਸੋਸੀਏਸ਼ਨ ਦੀ ਬਣਾ ਲਈਏ, ਜਿਹੜੀ ਕਿ ਹਮੇਸ਼ਾ ਸਾਡੇ ਕੋਲ ਐਜ਼ ਅ ਰੈਡੀ ਰੈਕਨਰ ਰਹੇ। ਹਾਂ, ਉਹ ਡਾਇਰੈਕਟਰੀ ਦਾ ਕੰਮ ਵੀ ਕਰੇਗੀ, ਡਾਇਰੈਕਟਰੀ ਦਾ ਕੰਮ ਵੀ ਕਰੇਗੀ, ਡਾਇਰੈਕਟਰੀ ਦਾ ਵੀ ਕੰਮ ਕਰੇਗੀ,
ਉਹਦਾ ਫਾਇਦਾ ਇਹ ਹੈ ਕਿ ਅਸੀਂ ਪ੍ਰੋਡਕਟ ਵਾਈਜ਼ ਵੀ ਆਪਾਂ ਸਰਚ ਕਰ ਸਕਦੇ ਹਾਂ, ਆਪਾਂ ਪਰਸਨ ਵਾਈਜ਼ ਵੀ ਸਰਚ ਕਰ ਸਕਦੇ ਹਾਂ, ਇੰਡਸਟਰੀ ਵਾਈਜ਼ ਵੀ ਸਰਚ ਕਰ ਸਕਦੇ ਹਾਂ, ਪਲਾਟ ਨੰਬਰ ਵਾਈਜ਼ ਵੀ ਸਰਚ ਕਰ ਸਕਦੇ ਹਾਂ, ਮਲਟੀਪਲ ਸਰਚेस ਆ ਜਾਂਦੀਆਂ ਔਰ ਹਮੇਸ਼ਾ ਸਾਡੇ ਜੇਬ 'ਚ ਸਮਝੋ ਡਾਇਰੈਕਟਰੀ ਰਹੇਗੀ ਉਹ। ਬਾਕੀ ਮੈਂਬਰਸ ਦੀ ਕੋਈ ਸਲਾਹ ਹੋਵੇ ਤਾਂ ਦੱਸਣਾ ਜੀ। ਨਹੀਂ ਸਰ ਬਹੁਤ ਵਧੀਆ ਹੈ, ਸਾਨੂੰ ਮਤਲਬ ਨੈਕਸਟ ਸੋਚਣਾ ਚਾਹੀਦਾ ਅੱਗੇ ਜਨਰੇਸ਼ਨ ਦੇ ਨਾਲ ਜਿਹੜਾ ਨੈਕਸਟ ਚੱਲ ਰਿਹਾ। ਹਾਂ ਬਿਲਕੁਲ। ਦੂਸਰਾ ਇੱਕ ਅਸੀਂ ਇਹ ਵੀ ਗੱਲ ਸੋਚ ਰਹੇ ਸੀਗੇ ਕਿ ਆਪਾਂ ਜਿਹੜਾ ਇੱਕ ਗਰੁੱਪ ਬਣਾਇਆ ਹੈਗਾ MCIC SS ਨਗਰ ਦਾ, ਚਲੋ ਅਸੀਂ ਉਹਦੇ ਵਿੱਚ ਹਜੇ ਕਮੈਂਟਸ ਜਿਹੜੇ ਹੈਗੇ ਉਹ ਬੰਦ ਕੀਤੇ ਹੋਏ ਹੈਗੇ ਕਿਉਂਕਿ ਉਹ ਬਹੁਤ ਵੱਡਾ ਇਨਫਲਕਸ ਆ ਜਾਂਦਾ ਹੈ ਤੇ ਜ਼ਰੂਰੀ ਮੈਸੇਜ ਹਟ ਜਾਂਦੇ ਹੈਗੇ। ਤਾਂ ਇਹ ਸੀਗਾ ਕਿ ਜਿਹੜੇ ਲੋਕ ਇਸ WhatsApp ਗਰੁੱਪ ਦੇ ਵਿੱਚ ਆਪਣੇ ਕੋਈ ਪ੍ਰੋਡਕਟਸ ਜੋ ਆਪ ਬਣਾ ਰਹੇ ਹੈਗੇ वो बेचना चाहते हैं, एडवर्टाइज करना चाहते हैं, कोई अपनी सर्विसेज ऑफर करना चाहते हैं या कोई जिहदे कोल कोई स्पेस हैगी ऑफर करना चाहता है फॉर रेंट या किसी ਨੂੰ रेंट ਦੀ ਜ਼ਰੂਰਤ ਹੈ, ਮਤਲਬ ਇਹਦਾ ਕੋਈ ਜਿਹਨੂੰ ਕਹਿੰਦੇ ਨੇ ਕੋਈ ਕਮਰਸ਼ੀਅਲ ਫਾਇਦਾ ਉਠਾਣਾ ਚਾਹੇ ਤਾਂ ਉਹਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਇਹਦਾ ਕਮਰਸ਼ੀਅਲ ਫਾਇਦਾ ਚੁੱਕ ਸਕੇ। ਇੰਨੇ ਸਾਰੇ ਕਰੀਬ ਸਾਡੇ ਕੋਲ ਇਸ ਵਕਤ ਕਰੀਬ ਪੌਣੇ 200 ਦੇ ਕਰੀਬ ਮੈਂਬਰਸ ਹੈਗੇ ਗਰੁੱਪ ਦੇ ਵਿੱਚ ਤੇ ਉਹਦਾ ਫਾਇਦਾ ਚੁੱਕਿਆ ਜਾਏ। MCIC ਕਮਰਸ਼ੀਅਲ ਹੱਬ ਬਣਾ ਦਿਓ ਜੀ, ਇੱਕ ਅਲੱਗ ਤੋਂ ਗਰੁੱਪ ਬਣਾ ਲਓ। ਨਹੀਂ ਸਰ ਉਹਦੀ ਇੱਕ ਹੋਰ ਪ੍ਰਪੋਜ਼ਲ ਅਸੀਂ ਪਹਿਲਾਂ ਸੁਣ ਲਓ ਪਾਟਿਆ ਸਾਹਿਬ ਨੂੰ, ਬੜੀ ਵਧੀਆ ਪ੍ਰਪੋਜ਼ਲ ਹੈਗੀ ਆ, ਉਹ ਸੁਣ ਲਓ। ਹਾਂ ਉਹਦੇ ਵਾਸਤੇ ਅਸੀਂ ਕੀਤਾ ਗਿਆ ਸੀਗਾ ਕਿ ਇਹ ਜਿਹੜਾ ਹੈਗਾ ਨਾ ਇਹ ਜਿੰਨੇ ਸਾਰੇ ਐਡਮਿਨਸ ਬਣੇ ਹੋਏ ਹੈਗੇ ਆ ਉਹਨਾਂ ਨੂੰ ਮੈਸੇਜ ਕਰੋ ਤੁਸੀਂ ਤਾਂ ਜੋ ਮੈਸੇजेस ਜੋ ਹੈ ਉਹ ਵਾਰੀ ਸਿਰ ਉਹਦੇ ਵਿੱਚ ਪੈ ਸਕਣ। ਜਿਹੜਾ ਕਿਉਂਕਿ ਤੁਹਾਡਾ ਕਮਰਸ ਜਿਹੜਾ ਸਾਡਾ MCIC ਹਾਂਜੀ ਸਰ ਦੱਸੋ ਸਰ ਦੱਸੋ। ਇਹ ਜਿਹੜੇ ਆਪਣੇ ਤੁਸੀਂ ਆਪ ਪ੍ਰੋਡਕਟਸ ਬਣਾ ਰਹੇ ਹੈਗੇ ਹੋ ਉਹ ਤੁਸੀਂ ਉੱਥੇ ਐਡਵਰਟਾਈਜ਼ ਕਰ ਸਕੋ ਤਾਂ ਜੋ ਕਿਸੇ ਦੀ ਰਿਕੁਆਇਰਮੈਂਟ ਹੁੰਦੀ ਹੈ, ਕਿਸੇ ਅੱਗੋਂ ਦੀ ਰਿਕੁਆਇਰਮੈਂਟ ਹੁੰਦੀ, ਪ੍ਰਾਇਮਰੀ ਰਿਕੁਆਇਰਮੈਂਟ ਵੀ ਹੈ, ਸੈਕੰਡਰੀ ਰਿਕੁਆਇਰਮੈਂਟ ਵੀ ਕਿਸੇ ਦੀ ਹੁੰਦੀ, ਕੋਈ ਮੰਗਦਾ ਹੈਗਾ ਤਾਂ ਉਹ ਤੁਸੀਂ ਉਹਦੇ ਵਿੱਚ ਪਾ ਸਕੋ ਤਾਂ ਕਿ ਉਹਦਾ ਕੋਈ ਜਿਹਨੂੰ ਸਰ ਇੱਕ ਛੋਟੀ ਜਿਹੀ ਰਿਕੁਐਸਟ ਹੈ ਸਰ ਸਾਰਿਆਂ ਨੂੰ, ਜੇ ਬਾਈ ਚਾਂਸ ਡਿਸਕਨੈਕਸ਼ਨ ਹੋ ਜਾਂਦਾ ਤਾਂ ਉਸੇ ਲਿੰਕ ਦੇ ਨਾਲ ਵਾਪਸ ਆ ਜਾਣਾ ਜੀ। ਤੇ ਪਟੇ ਸਾਹਿਬ ਅੱਗੇ ਚੱਲੀਏ ਥੋੜਾ ਜਿਹਾ। ਸਰ ਇੱਕ ਹੋਰ ਰਿਕੁਐਸਟ ਹੈਗੀ ਹੈ ਜੀ ਕਿ ਕੱਲ ਨੂੰ 21 ਜੂਨ ਨੂੰ ਵਰਲਡ ਯੋਗਾ ਡੇ ਹੈ, ਇੰਟਰਨੈਸ਼ਨਲ ਯੋਗਾ ਡੇ ਹੈਗਾ। ਆਪਣੇ ਗਵਰਨਮੈਂਟ ਆਫ ਇੰਡੀਆ ਦਾ ਇਨੀਸ਼ੀਏਟਿਵ ਵਧੀਆ ਹੈਗਾ। ਜੇ ਤੁਸੀਂ ਚਾਹੁੰਦੇ ਹੋ ਹੈਗੇ ਹੋ ਤਾਂ ਆਪਾਂ ਕੱਲ ਦਾ ਕੋਈ ਸਮਾਂ ਮਿੱਥ ਲਓ ਤਾਂ ਆਪਾਂ ਜ਼ੂਮ ਦੇ ਉੱਤੇ ਹੀ ਕਨੈਕਟ ਹੋ ਕੇ ਯੋਗਾ ਕਰ ਲਈਏ, ਜੇ ਤੁਹਾਡੀ ਹਾਮੀ ਹੈ ਤਾਂ। ਯੋਗਾ ਕਰਨ ਵਾਲੇ ਤੇ ਕਿਸੇ ਦੀ ਬੋਡੀ ਇੱਥੇ ਲੱਗ ਨਹੀਂ ਰਹੇਗੀ ਮੈਨੂੰ। ਚਲੋ ਸਰ ਇੱਕ ਥੋੜੀ ਜਿਹੀ ਅਵੇਅਰਨੈਸ ਹੋ ਜਾਂਦੀ ਹੈ ਔਰ ਜਿਹੜਾ ਸਾਡੇ ਥੋੜਾ ਸਰਕਾਰ ਦੇ ਨਾਲ ਵੀ ਹਮਾਇਤ ਹੋ ਜਾਂਦੀ ਹੈ ਵੀ ਹਾਂ ਠੀਕ ਹੈ। ਡੈਫੀਨਿਟਲੀ ਇੰਡੀਆ ਵੱਲੋਂ ਇਨੀਸ਼ੀਏਟ ਕੀਤਾ ਗਿਆ ਇਹ ਡੇ, ਇੰਟਰਨੈਸ਼ਨਲ ਯੋਗਾ ਡੇ। ਬਿਲਕੁਲ। ਬਾਕੀ ਜਿਸ ਤਰ੍ਹਾਂ ਮਤਲਬ ਬਾਕੀ ਮੈਂਬਰਸ ਦੀ ਸਲਾਹ ਹੋਏ ਤਾਂ ਉਹ ਪਲੀਜ਼ ਕਨਵੇ ਕਰੋ। ਚਲੋ ਜਿਸ ਤਰ੍ਹਾਂ ਵੀ ਐਨੀ ਕਮੈਂਟਸ ਜਾਂ ਹਰਜੀਤ ਸਿੰਘ ਜੀ, ਸ਼ਿਵ ਕੁਮਾਰ ਜੀ ਕੋਈ ਕਮੈਂਟਸ ਇਸ ਬਾਰੇ? ਕਮਲ ਜੀ? ਨਹੀਂ ਸਰ ਬਿਲਕੁਲ ਠੀਕ ਹੈ। ਇੱਕ ਮਤਲਬ ਜੋ ਗਵਰਨਮੈਂਟ ਨੇ ਇਨੀਸ਼ੀਏਟ ਕੀਤਾ ਹੈ ਸਾਨੂੰ ਉਹਦੇ ਨਾਲ ਚੱਲਣਾ ਹੀ ਚਾਹੀਦਾ ਹੈ। ਬਿਲਕੁਲ ਜਿੱਥੇ ਤੱਕ ਹੋ ਸਕਦਾ ਕੋਆਪਰੇਟ ਕਰਨਾ ਚਾਹੀਦਾ ਹੈ। ਤੇ ਸਰ ਕੱਲ ਦਾ ਫਿਰ ਕੋਈ ਟਾਈਮ ਮਿੱਥ ਲਓ ਤੇ ਆਪਾਂ ਕੱਲ ਸਵੇਰੇ ਯੋਗਾ ਕਰ ਲਈਏ ਉਸ ਟਾਈਮ ਤੇ, ਜੇ ਹਾਮੀ ਹੈ, ਜੇ ਸੱਜਣਾ ਦੀ ਹੈਗੀ ਹੈ ਐਕਸੈਪਟੈਂਸ। ਕੱਲ ਸਾਰਿਆਂ ਨੂੰ ਕਰਾਓ ਜੀ ਕਪਾਲ ਭਾਰਤੀ। ਐਗਰੀਡ ਹੋ ਸਰ? ਤੁਸੀਂ ਵੀ ਐਗਰੀਡ ਹੋ? ਬਿਲਕੁਲ ਖਿਚਾਓ ਸਾਰਿਆਂ ਦੇ ਜੀ ਕੱਲ, ਬਾਕੀ ਭਾਵੇਂ ਆਸਨ ਉਸਨ ਨਾ ਕਰਾਓ। ਹਾਂ ਨਹੀਂ ਠੀਕ ਕਰਾਓ। ਤੁਸੀਂ ਤਾਂ ਬਾਰੇ ਹੀ ਹੋ ਰਹੀ ਸੀ ਗੱਲ। ਚਲੋ ਠੀਕ ਹੈ ਸਰ, ਦੱਸੋ ਕੱਲ ਦਾ ਕੋਈ ਟਾਈਮ ਮਿਥ ਲਓ। ਦੱਸੋ ਸਰ ਕਿੰਨੇ ਵਜੇ ਕਨਵੀਨੀਅੰਟ ਰਹੇਗਾ ਸਾਰੇ ਸੱਜਣਾ ਨੂੰ, ਮੈਂਬਰਸ ਨੂੰ ਕੀ ਟਾਈਮ ਕਨਵੀਨੀਅੰਟ ਰਹੇਗਾ ਦੱਸੋ। ਪੜੇ ਸਾਹਿਬ 5 ਵਜੇ 6 ਵਜੇ? 7 ਵਜੇ ਕਰ ਲਓ। 7 ਵਜੇ ਕਰ ਲਈਏ ਸਰ? ਜੀ 7 ਵਜੇ ਠੀਕ ਹੈ ਸਰ। 7 ਵਜੇ ਆਲਮੋਸਟ ਸਾਰੇ ਸਟੱਡੀ ਹੁੰਨੇ। ਹਾਂ ਚਲੋ ਠੀਕ ਹੈ ਸਰ। ਪਟੇ ਸਾਹਿਬ ਇੱਕ ਤੁਸੀਂ ਇਹ ਮੀਟਿੰਗ ਤੋਂ ਬਾਅਦ ਇੱਕ ਮੈਸੇਜ ਯੋਗਾ ਬਾਰੇ ਪਾ ਦਿਓ ਕਿ ਸਵੇਰੇ 7 ਵਜੇ ਸਾਰੇ ਜ਼ੂਮ ਤੇ ਲੌਗਇਨ ਕਰਨਗੇ ਤੇ ਮੈਂ ਜ਼ੂਮ ਦੀ ਉਹ ਬਣਾ ਕੇ 7 ਵਜੇ ਵਾਲਾ ਉਹ ਬਣਾ ਭੇਜ ਦਿੰਦਾ ਸਰ। ਠੀਕ ਹੈ ਲਿੰਕ ਭੇਜ ਦੇਣਾ। ਤੇ ਸਰ ਆਪਣਾ ਇਹ ਜਿਹੜਾ ਹੁਣ ਨੈਕਸਟ ਸੀਗਾ ਸਰ ਉਹ ਸੀਗਾ ਕਿ ਹਾਂ ਮੈਂਬਰਸ ਨੂੰ ਕੋਈ ਇਸ਼ੂਜ਼, ਕੋਈ ਪ੍ਰੋਬਲਮਸ ਜਾਂ ਉਹਨਾਂ ਦੇ ਕੋਈ ਸੁਜੈਸ਼ਨਸ
Sir, now the house is open for all the members. You are requested to pitch in any of your problems, issues being faced by you. ਕੋਈ ਤੁਹਾਨੂੰ ਦਿੱਕਤ ਆ ਰਹੀਆਂ ਨੇ ਜਾਂ ਕੋਈ ਤੁਹਾਡਾ ਸੁਜੈਸ਼ਨ ਐਸੋਸੀਏਸ਼ਨ ਪ੍ਰਤੀ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਦੱਸੋ ਸਰ, ਇੱਕ ਇੱਕ ਕਰਕੇ ਪਲੀਜ਼। ਕਰਕੇ ਆ ਰਹੀ ਮੈਂ ਸਰ ਇੱਕ ਜਿਹੜਾ ਤੁਸੀਂ ਆਪਣਾ ਐਪ ਦੀ ਗੱਲ ਕੀਤੀ ਹੈ ਨਾ ਸਰ ਜੀ ਸਰ, ਐਸੋਸੀਏਸ਼ਨ ਦਾ, ਉਹ ਬਹੁਤ ਵਧੀਆ ਇੱਕ ਸੁਜੈਸ਼ਨ ਹੈ। ਉਹ ਤਾਂ ਪ੍ਰਾਇੋਰਟੀ ਤੇ ਕਰੋ ਤੇ ਉਸ ਦੇ ਵਿੱਚ ਸਾਰੇ ਆਪਸ਼ਨਸ ਜਿਹੜੀ ਤੁਸੀਂ ਉਹ ਕਹਿ ਰਹੇ ਸੀ ਵੀ ਹਰ ਕੋਈ ਆਪਣੇ ਪ੍ਰੋਡਕਟ ਨੂੰ ਜਾਂ ਆਪਣਾ ਇੰਟਰੋਡਕਸ਼ਨ ਦੇਣਾ ਚਾਹੁੰਦਾ ਹੈ, ਉਸ ਦੇ ਵਿੱਚ ਹੀ ਆਪਸ਼ਨ ਆ ਜਾਏਗੀ। ਉਹ ਉਸ ਦੇ ਵਿੱਚ ਅਲੱਗ-ਅਲੱਗ ਆਪਣਾ ਇੰਡੀਪੈਂਡੈਂਟ ਵੀ ਦੇ ਸਕਦਾ ਹੈ, ਹਰ ਕੋਈ ਖੋਲ ਕੇ ਵੀ ਦੇ ਸਕਦਾ ਹੈ, ਉਹ 'ਚ ਕਾਫੀ ਕੁਝ ਆ ਜਾਂਦਾ ਹੈ ਐਪ ਦੇ ਵਿੱਚ। ਉਹ ਐਪ ਪ੍ਰਾਇੋਰਟੀ ਤੇ ਕਰਵਾ ਕੇ ਕਰ ਦੋਗੇ, ਉਹ ਸਭ ਕੁਝ ਕੰਪਲੀਟ ਹੋ ਜਾਏਗਾ ਆਪਣਾ ਐਸੋਸੀਏਸ਼ਨ ਦਾ। ਇਹਦੇ ਵਿੱਚ ਨਿਊ ਇਹਦੇ ਵਿੱਚ ਜਿਸ ਤਰ੍ਹਾਂ ਸਰ NSIC ਵੱਲੋਂ SMAC ਵੱਲੋਂ ਕੋਈ ਵੀ ਸਕੀਮਸ ਆਉਣੀ ਹੈ, ਕਿਉਂਕਿ ਮੈਕਸਿਮਮ ਤਾਂ ਪਤਾ ਹੀ ਨਹੀਂ ਇੰਡਸਟਰੀਲਿਸਟ ਨੂੰ ਵੀ ਇਹ ਕੀ ਸਕੀਮਸ ਹੈ, ਗਵਰਨਮੈਂਟ ਦੇ ਕਿੰਨੇ ਫੈਸਿਲਿਟੀਜ਼ ਹੈ, ਲਿਮਿਟ ਤੱਕ ਨਹੀਂ ਲਈ ਹੋਈ ਲੋਕਾਂ ਨੇ, ਉਹ ਵੀ ਨਹੀਂ ਪਤਾ ਵੀ ਕਿਸ ਤਰ੍ਹਾਂ ਲੈਣ, ਡਰੀ ਜਾਂਦੇ ਆ ਕਿ ਇਹ ਹੋ ਜਾਏਗਾ ਉਹ ਹੋ ਜਾਏਗਾ। ਤੇ ਉਹ ਉਹਨਾਂ ਨੂੰ ਪ੍ਰਮੋਟ ਕਰਨ ਲਈ ਆਪਣੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਕੁਝ ਉਸ ਦੇ ਵਿੱਚ ਗਾਈਡ ਕੀਤਾ ਜਾਵੇ। ਬਹੁਤ ਸਾਰੇ ਮੇਰੇ ਕੋਲ ਮੈਂ ਕਈਆਂ ਨੂੰ ਦਿੱਤਾ ਇਸ ਬਾਰੇ ਸਰ ਸੁਜੈਸ਼ਨ ਵੀ ਦਿੱਤੀ। ਇਹ ਤਾਂ ਸਰ ਅਸੀਂ ਕੱਲ ਵੀ ਇਹ ਗੱਲ ਹੋ ਰਹੀ ਸੀ ਕਿ ਆਪਣਾ ਜਿਹੜੇ ਇੱਥੇ ਦੇ ਲੋਕਲ ਬੈਂਕ ਹੈਗੇ ਉਹਨਾਂ ਨੂੰ ਅਪਰੋਚ ਕੀਤਾ ਜਾਏ ਕਿ ਉਹ ਸਾਨੂੰ ਆ ਕੇ ਆਪਣੀ ਸਕੀਮਸ ਦੱਸਣ ਮੈਂਬਰਸ ਨੂੰ। ਤੇ ਇਹ ਤਾਂ ਇਟ ਇਜ਼ ਔਨ ਦੀ ਏਜੰਡਾ, ਤੋਂ ਇਹਨੂੰ ਦੇਖਦੇ ਹੈਗੇ ਸਰ ਕੀ ਹੁੰਦਾ ਹੈਗਾ ਸਰ ਇਹ ਕੰਮ ਤੇ ਬਾਕੀ ਇਹ ਸਿਡਬੀ ਦੇ ਨਾਲ ਤੇ NSIC ਦੇ ਨਾਲ ਵੀ ਤੇ ਸਾਡਾ ਇਹ ਗੱਲਬਾਤ ਚੱਲ ਰਹੀ ਹੈ ਤੇ ਉਹਨਾਂ ਦੇ ਨਾਲ ਵੀ ਸੈਮੀਨਾਰ ਹੋਏਗਾ ਜ਼ਰੂਰ। ਜੀ ਸਰ ਆਨਲਾਈਨ ਚੈੱਕ ਕੀਤਾ ਸੀ ਇਹਨਾਂ ਦੀ ਸਾਈਟ ਤੇ ਜਾ ਕੇ ਸਮਾਲ ਸਕੇਲ ਇੰਡਸਟਰੀ ਦੀ, ਤੇ ਬਹੁਤ ਸਾਰੀ ਸਕੀਮਸ ਹੈ ਸੈਂਟਰ ਗਵਰਨਮੈਂਟ ਦੀ, ਬਹੁਤ ਵੱਡੀਆਂ ਸਕੀਮਸ ਸਾਨੂੰ ਨੌਲੇਜ ਹੀ ਨਹੀਂ ਹੈ। ਬਿਲਕੁਲ ਠੀਕ ਹੈ ਸਰ। ਕੁਝ ਦੂਸਰੀ ਗੱਲ ਹੈ ਬੈਂਕ ਇੰਪਲੀਮੈਂਟ ਨਹੀਂ ਕਰਨਾ ਚਾਹੁੰਦੇ, ਬੈਂਕ ਆਪਣੀ ਥੋੜੀ ਜੀ ਇਸ ਟਾਈਪ ਚ ਚੱਲਦੇ ਆ ਜਿਸ ਤਰ੍ਹਾਂ ਤੁਸੀਂ ਲਾਸਟ ਆਪਣਾ SBI ਦੇ ਮੇਰੇ ਖਿਆਲ ਚ ਹੈਡ ਸੀ ਜਿਹੜੇ ਆਪਣੇ ਨਾਲ ਜ਼ੂਮ ਤੇ ਮੀਟਿੰਗ ਹੋਈ ਸੀ, ਉਹਨਾਂ ਨੇ ਵੀ ਗਾਈਡ ਕੀਤਾ ਸੀ। ਹਾਂਜੀ, ਤਾਂ ਉਸ ਟਾਈਪ ਦੇ ਵਿੱਚ ਅਗਰ ਸਾਨੂੰ ਬੈਂਕ ਵੀ ਗਾਈਡ ਕਰੇ, ਉਹਨਾਂ ਨਾਲ ਇੰਟਰੈਕਸ਼ਨ ਹੋਵੇ, ਉਹ ਜ਼ਿਆਦਾ ਅੱਛਾ ਹੈ। ਤੇ ਅਸੀਂ ਜਿਹੜੇ ਐਕਚੁਅਲੀ EMPLOYEE ਹੈ, ਤੁਹਾਨੂੰ ਪਤਾ ਉਹ ਜਦੋਂ ਬੈਂਕ ਜਾਂਦੇ ਹਾਂ ਅਸੀਂ ਜਾਂ ਉਹਨਾਂ ਦੇ ਹੈਡ ਆਫਿਸ ਜਾਂਦੇ ਹਾਂ, ਉਹ ਕਿਸ ਤਰ੍ਹਾਂ ਬਿਹੇਵ ਕਰਦੇ ਆ, ਮਤਲਬ ਕੋਈ ਜ਼ਿਆਦਾ ਅੱਛਾ ਫਰੈਂਡਲੀ ਬਿਹੇਵ ਨਹੀਂ ਹੁੰਦਾ ਉੱਥੇ। ਤੇ ਉੱਥੇ ਫਿਰ ਸਾਨੂੰ ਗਾਈਡੈਂਸ ਹੋਏਗੀ ਵੀ ਹਾਂ ਇਹ ਇਸ ਤਰ੍ਹਾਂ ਇਹ ਸਾਡੇ ਫੇਵਰ ਦੀ ਗੱਲ ਹੈ, ਉਹਨਾਂ ਨੂੰ ਕਰਨਾ ਪੈਣਾ, ਅਸੀਂ ਉਹਨਾਂ ਨੂੰ ਉਸ ਵੇ ਨਾਲ ਡੀਲ ਕਰ ਸਕਦੇ ਹਾਂ ਵੀ ਇਟਸ ਯੂਰ ਡਿਊਟੀ, ਯੂ ਹੈਵ ਟੂ ਡੂ ਇਟ। ਡੈਫੀਨਿਟਲੀ ਜੀ ਜ਼ਰੂਰੀ ਹੈ। ਹਾਂਜੀ ਠੀਕ ਹੈ, ਚਲੋ ਅਸੀਂ ਜੀ ਬੜੇ ਸਾਰੇ ਕੰਮ ਕਰੋ ਸਰ ਕਿ ਇਹਦੀ ਨਾ ਇੱਕ ਆਪਾਂ ਕਮੇਟੀ ਫਾਰਮ ਕਰੀਏ ਜਿਹੜੀ ਡਿਸਾਈਡ ਕਰੇਗੀ, ਰੈਗੂਲੇਟ ਕਰੇਗੀ ਔਰ ਐਪ ਦੀ ਫਾਰਮੇਸ਼ਨ ਦੇ ਵਿੱਚ ਉਹ ਸਾਰੇ ਮੁੱਦੇ ਜੋ ਹੈਗੇ ਨੇ ਉਹਦੇ ਵਿੱਚ ਕੀ ਹੋਣਾ ਚਾਹੀਦਾ ਉਹ ਸਾਰੀ ਉਹ ਕਮੇਟੀ ਡਿਸਾਈਡ ਕਰੇਗੀ। ਸਾਰਾ ਕੁਝ ਗਾਈਡੈਂਸ ਪ੍ਰੋਪਰ ਹੋਵੇ ਉਸ ਤੇ ਔਰ ਸਾਰਿਆਂ ਨੂੰ ਗਾਈਡ ਕਰੇ। ਮਤਲਬ ਸਭ ਜਗ੍ਹਾ ਗੱਲ ਜੇ ਸ਼ਿਵ ਕੁਮਾਰ ਜੀ ਇੰਟਰਸਟਿਡ ਹੈਗੇ ਆ ਤਾਂ ਇਹਨਾਂ ਨੂੰ ਉਸ ਕਮੇਟੀ ਦੇ ਵਿੱਚ ਪਾਓ ਜੀ। ਚਲੋ ਇਹ ਹੁਣ ਕਮੇਟੀਆਂ ਦੀ ਗੱਲ ਹੋਈ ਹੈ ਤੇ ਮੈਂ ਇੱਕ ਵਾਰੀ ਇਹ ਵੀ ਦੱਸ ਦਵਾਂ ਕਿ ਆਪਾਂ ਕਰੀਬ 10 ਦੇ ਕਰੀਬ ਕਮੇਟੀਆਂ ਜਿਹੜੀਆਂ ਸੋਚੀਆਂ ਸੀ ਕਿ ਅਸੀਂ ਬਣਾਵਾਂਗੇ ਸਬ ਕਮੇਟੀਜ਼, ਉਹਦੇ ਵਾਸਤੇ ਆਪਾਂ ਮੈਂਬਰਸ ਤੋਂ ਲਵਾਂਗੇ ਸੁਜੈਸ਼ਨਸ ਤੇ ਮੈਂਬਰਸ ਨੂੰ ਜਿਹੜੇ ਵਲੰਟੀਅਰ ਕਰਨਗੇ। ਇੱਕ ਤਾਂ ਆਪਾਂ ਸੋਚੀ ਸੀਗੀ ਜੀ ਟੈਕਸੇਸ਼ਨ ਕਮੇਟੀ, ਇੱਕ ਸੋਸ਼ਲ ਕਲਚਰਲ ਅਫੇਅਰਸ ਕਮੇਟੀ ਹੈਗੀ ਹੈ, ਇੱਕ ਗਵਰਨਮੈਂਟ ਦੇ ਨਾਲ ਲਾਇਜ਼ਨਿੰਗ ਵਾਸਤੇ ਕਮੇਟੀ ਹੈ, ਠੀਕ ਹੈ, ਇੱਕ ESIC ਦੇ ਨਾਲ ਕਮੇਟੀ ਹੈਗੀ ਹੈ, ਇੱਕ ਐਜੂਕੇਸ਼ਨ ਕਮੇਟੀ ਬਣਾਣੀ ਹੈਗੀ ਜੋ ਸਾਨੂੰ ਮਤਲਬ ਜੋ ਇਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਜੀ ਸਕੀਮਾਂ ਦਾ ਨਹੀਂ ਪਤਾ ਚੱਲਦਾ, ਬੈਂਕਾਂ ਦਾ ਨਹੀਂ ਪਤਾ ਚੱਲਦਾ ਹੈਗਾ, ਉਹ ਵੀ ਬਣਾਣੀ ਹੈ। ਇੱਕ ਪਾਵਰ ਕਮੇਟੀ ਬਣਾਣੀ ਜੋ PSPCL ਦੇ ਨਾਲ ਲਾਇਜ਼ਨਿੰਗ ਕਰ ਸਕੇ। ਇੱਕ ਏਰੀਆ ਮੇਨਟੇਨੈਂਸ ਕਮੇਟੀ ਸੋਚੀ ਹੋਈ ਹੈਗੀ ਹੈ, ਇੱਕ ਬੈਂਕਿੰਗ ਕਮੇਟੀ ਸੋਚੀ ਹੋਈ ਹੈ, ਇੱਕ ਫੋਰਨ ਅਫੇਅਰਸ ਦੀ ਸੋਚੀ ਹੋਈ ਹੈ। ਵਿੱਚ ਅਸੀਂ ਤੁਹਾਨੂੰ ਪਤਾ ਹਾਂਗਕਾਂਗ ਟ੍ਰੇਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਨਾਲ ਅਸੀਂ ਸੈਮੀਨਾਰ ਕੀਤਾ ਸੀ, ਉਦੋਂ ਸਾਡਾ ਇਹ ਲੋਕਡਾਊਨ ਕਰਕੇ ਰਹਿ ਗਿਆ, ਨਹੀਂ ਤਾਂ ਬੜਾ ਐਂਬੀਸ਼ੀਅਸ ਪਲਾਨ ਸੀਗਾ ਕਿ ਅਸੀਂ ਇੱਥੋਂ ਦੀ ਟ੍ਰਿਪ ਵਗੈਰਾ ਲੈ ਕੇ ਜਾਵਾਂਗੇ ਉੱਥੇ ਐਗਜ਼ੀਬਿਸ਼ਨਸ ਵਾਸਤੇ। ਤੋ ਇਟ ਇਜ਼ ਸਟਿਲ ਔਨ, ਅਜੇ ਖਤਮ ਨਹੀਂ ਹੋਇਆ, ਤੇ ਦੇਖਦੇ ਹਾਂ ਸਿਚੁਏਸ਼ਨ ਇੰਪਰੂਵ ਹੁੰਦੀ ਹੈ ਤੇ ਕਰਾਂਗੇ। ਤੇ ਇਹ ਸਾਰੀਆਂ ਅਸੀਂ ਕਮੇਟੀਆਂ ਜਿਹੜੀਆਂ ਸੋਚੀਆਂ ਹੋਈਆਂ ਤੇ ਉਹਦੇ ਚ ਹੁਣ ਦੇਖਦੇ ਹੈਗੇ ਕਿਹੜੇ ਕਿਸ ਤਰ੍ਹਾਂ ਬਣਦੀਆਂ ਹੈਗੀਆਂ। ਇੱਕ ਸਰ ਹੋਰ ਦੱਸੋ ਜੀ, ਇੱਕ ਪ੍ਰੋਬਲਮ ਆ ਰਹੀ ਸੀ ਇੱਥੇ, ਇੱਕ ਤਾਂ ਆਪਣਾ ਮੰਦਿਰ ਬਣ ਰਿਹਾ ਆਪਣਾ ਇਸ ਇੰਡਸਟਰੀ ਏਰੀਆ ਦੇ ਵਿੱਚ, ਆਪਣਾ ਇੰਡਸਟਰੀ ਏਰੀਆ ਦਾ ਮੰਦਿਰ ਆ ਉਹ ਰੇਲਵੇ ਸਟੇਸ਼ਨ ਦੇ ਨਾਲ। ਹਾਂਜੀ, ਇੱਕ ਤਾਂ ਉਹ ਉਹਨਾਂ ਦੀ ਆਫਰ ਆਈ ਸੀ, ਕਹਿੰਦੇ ਵੀ ਜੇ ਤੁਸੀਂ ਕੋਈ ਮੀਟਿੰਗ ਕਰਨੀ, ਹਾਲ ਬਣ ਗਿਆ ਵੀ ਤੁਸੀਂ ਇੱਥੇ ਕਰ ਸਕਦੇ ਹੋ। ਬਹੁਤ ਅੱਛੀ ਗੱਲ ਹੈ ਸਰ। ਹਾਂਜੀ, ਪ੍ਰਧਾਨ ਸਾਹਿਬ ਆਏ ਸੀ, ਕਹਿੰਦੇ ਵੀ ਤੁਹਾਡੇ ਇੰਡਸਟਰੀ ਏਰੀਆ ਦਾ ਕੁਝ ਵੀ ਕਰਨਾ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ।
ਵੇਦ ਜੀ ਹੈ ਨਾ ਪ੍ਰਧਾਨ ਮੇਰੇ ਖਿਆਲ ਹਾਂਜੀ ਵੈਦ ਸਾਹਿਬ ਵੈਦ ਬਿਲਕੁਲ ਜੀ। ਸਾਹਿਬ, ਹਾਂਜੀ 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 ਵੈਦ ਸਾਹਿਬ, ਠੀਕ ਹੈ। ਉਹ ਉਹਨਾਂ ਦੇ ਵੱਲੋਂ ਕਹਿੰਦੇ ਤੁਸੀਂ ਆਪਣੀ ਐਸੋਸੀਏਸ਼ਨ ਵੀ ਦੱਸ ਸਕਦੇ ਹੋ ਵੀ ਉਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰ ਸਕਦੇ ਹੋ। ਕਹਿੰਦੇ ਵੀ ਰੈਡੀ ਆ, ਬਸ ਉਹ ਥੋੜਾ ਨੀਚੇ ਪੱਥਰ ਲਗਾਉਣਾ ਰਹਿ ਗਿਆ, ਬਾਕੀ ਰੈਡੀ ਹੈ। ਔਰ ਦੂਸਰਾ ਸਰ ਇੱਕ ਨਾ ਜਦੋਂ ਇਸ ਕਿਉਂਕਿ ਇਧਰੋਂ ਰਸਤਾ ਬੰਦ ਹੋ ਗਿਆ ਹੁਣ ਬਾਹਰ ਜਾਣ ਲਈ, ਤੇ ਸਾਨੂੰ ਇਧਰੋਂ ਘੁੰਮ ਕੇ ਜਾਣਾ ਪੈਂਦਾ ਹੈ। ਇਸ ਇੱਕ ਤਾਂ ਰੋਡ ਦੀ ਹਾਲਤ ਬੜੀ ਖਸਤਾ ਹੈ, ਦੂਸਰਾ ਉਸ ਤੇ ਨਾ ਰੋਡ ਤੇ ਗੱਡੀਆਂ ਐਕਚੁਅਲੀ ਉੱਥੇ ਰਿਪੇਅਰ ਕਰਦਾ ਕੋਈ, ਤੇ ਉਹ ਰੋਡ ਤੱਕ ਖੜੀ ਆਉਂਦੀ ਹੈ, ਉੱਥੇ ਬੜੀ ਪ੍ਰੋਬਲਮ ਆਉਂਦੀ ਹੈ ਸਰ। ਪ੍ਰਧਾਨ ਜੀ ਦਾ ਮਾਈਕ ਮਿਊਟ ਹੈਗਾ। ਹਾਂ ਪ੍ਰਧਾਨ ਜੀ, ਅਨਮਿਊਟ ਕਰਕੇ ਮਾਈਕ ਨੂੰ ਹੁਣ ਤੁਸੀਂ ਦੱਸੋ ਸਰ ਇਹਦਾ। ਠੀਕ ਹੈ ਪ੍ਰਧਾਨ ਜੀ ਤੁਹਾਡੇ ਡਿਸਕਨੈਕਸ਼ਨ ਹੋ ਰਿਹਾ ਲੱਗਦਾ, ਥੋੜਾ ਜਿਹਾ ਦੱਸੋ ਜੀ। ਐਦਾਂ ਸਾਰਾ ਉਹਦੀ ਕੰਪਲੇਂਟ ਕੀਤੀ ਸੀ ਉਹਨੇ ਪੈਸੇ ਜਾਂ ਤਾਂ ਪ੍ਰੋਗਰਾਮ ਨਾਲ ਕਮਿਸ਼ਨਰ ਨੂੰ ਬੁਲਾ ਲੈਣੇ ਆਪਾਂ ਇੱਥੇ, ਆਪਾਂ ਪਹਿਲਾਂ ਚੱਲ ਕੇ ਪ੍ਰੋਗਰਾਮ ਬੁਲਾ ਕੇ ਉਹਨੇ ਬਾਈ ਸਾਡਾ ਕੋਈ ਨਵੀਂ ਆ ਕੇ ਦਿਓ ਸਾਨੂੰ। ਬਿਲਕੁਲ ਠੀਕ ਸਰ, ਠੀਕ ਹੈ ਬੜੇ ਸਾਹਿਬ। ਪ੍ਰਧਾਨ ਜੀ ਕਹਿੰਦੇ ਕਮਿਸ਼ਨਰ ਨਾਲ ਗੱਲ ਕਰਕੇ ਇਹਨੂੰ ਇਹਦਾ ਨਿਬੇੜਾ ਕਰਦੇ ਹਾਂ। ਇਹ ਮੈਂ ਨੋਟ ਕਰ ਲੈਣਾ ਜੀ। ਬਿਲਕੁਲ ਸਰ, ਇੱਕ ਨੋਟ ਕਰ ਲਓ ਆਗਾਮੀ ਕੰਮਾਂ 'ਚ। ਸ਼ਿਵ ਕੁਮਾਰ ਜੀ ਹੋਰ ਕੁਝ ਜੀ? ਬਸ ਜੀ ਬਸ ਸਰ, ਐਕਚੁਅਲੀ ਬਾਰਿਸ਼ 'ਚ ਵੀ ਉੱਥੇ ਨਾ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਉਸ ਰੋਡ ਤੇ, ਮਤਲਬ ਜਦੋਂ ਹੁਣ ਹਲਕੀ ਜੀ ਬਾਰਿਸ਼ ਹੋਈ ਪਾਣੀ ਪੂਰਾ ਭਰ ਗਿਆ ਸੀ। ਬਿਲਕੁਲ ਠੀਕ ਹੈ ਸਰ, ਤੇ ਇਹ ਥੋੜਾ ਜਿਹਾ ਉਹਨਾਂ ਨੂੰ ਜੀ ਇਹ ਸਭ ਦੇ ਲਈ ਬੈਨੀਫਿਟੇਬਲ ਹੈ। ਯੂ ਆਰ ਰਾਈਟ, ਕਿਉਂਕਿ ਲੇਬਰ ਵੀ ਸਾਰੀ ਪਿੰਡਾਂ 'ਚੋਂ ਆਉਂਦੀ ਹੈ, ਉਧਰੋਂ ਹੀ ਨਿਕਲ ਕੇ ਜਾਂਦੀ ਹੈ, ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪ੍ਰੋਬਲਮ ਸਭ ਨੂੰ ਆਉਂਦੀ ਹੈ ਸਰ ਉਸ। ਠੀਕ ਹੈ ਜੀ, ਬਿਲਕੁਲ ਠੀਕ। ਤੁਸੀਂ ਵੱਧ ਤੋਂ ਵੱਧ 15 ਦਿਨ ਰੁਕੋ, ਤੁਹਾਡੀ ਸੜਕਾਂ ਸਾਰੀਆਂ ਨਵੀਆਂ ਬਣਾ ਦੇਣੀਆਂ ਜੀ। ਲਓ ਜੀ ਦੱਸੋ ਜੀ। ਥੈਂਕ ਯੂ ਪ੍ਰਧਾਨ ਸਾਹਿਬ, ਸਾਰੀਆਂ ਸੜਕਾਂ ਨਵੀਆਂ ਬਣ ਜਾਣਗੀਆਂ। ਕੀ ਬਾਤ ਹੈ, ਕੀ ਬਾਤ ਹੈ। ਬਸ ਗੱਡੀ ਸਲੋ ਚਲਾਇਓ, ਕਦੇ ਗੱਡੀ ਤੇਜ਼ ਨਾ ਚਲਾਇਓ। ਨਹੀਂ ਸਰ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਕਹਿੰਦੇ ਜੇ ਬਾਪੂ ਪਟਵਾਰੀ ਹੋਵੇ ਫਿਰ ਸਾਨੂੰ ਕਾਹਦੀ ਚਿੰਤਾ ਹੈ। ਧੰਨਵਾਦ ਪ੍ਰਧਾਨ ਜੀ। ਚਾਹੇ ਗੱਡੀ ਸਲੋ ਕਰਕੇ ਬੰਦ ਹੋ ਜਾਏ ਫੇਰ ਨਹੀਂ ਇੰਨੀ ਸਲੋ ਨਹੀਂ ਕਰਨੀ ਹੈਗੀ। ਨਹੀਂ ਮਤਲਬ ਰੂਟੀਨ ਬਣੀ ਹੁੰਦੀ ਹੈ ਨਾ 80-90 ਦੇ ਜਾਣ ਦੀ, 30-35 ਚੱਲਣੀ ਨਹੀਂ ਕਿਸੇ ਬੰਦੇ ਤੁਹਾਨੂੰ ਮਾਫ ਹੈ ਜੀ, ਕੈਸ਼ੀਅਰ ਸਾਹਿਬ ਨੂੰ ਮਾਫ ਆ, ਇਹ ਤਾਂ ਕੰਧ 'ਚ ਵੀ ਮਾਰ ਦੇਣ ਤਾਂ ਵੀ ਕੋਈ ਗੱਲ ਨਹੀਂ। ਠੀਕ ਹੈ ਜੀ। ਅਰੇ ਉਹ ਗੱਡੀ ਜੋਗੇ ਪੈਸੇ ਇਕੱਠੇ ਹੋਏ ਨਹੀਂ ਭਾਜੀ ਹਲੇ। ਜੇ ਮੰਨ ਲਓ ਕਿ ਕਿਸੇ ਕੰਧ ਦੀ ਗੱਡੀ ਵੱਜ ਗਈ, ਸਮਝ ਲਓ ਕੰਧ ਗਲਤ ਆ, ਇਹ ਨਹੀਂ ਗਲਤ ਹੈ। ਹੋਰ ਕਿਸੇ ਸੱਜਣ ਦਾ ਕੋਈ ਪੁਆਇੰਟ ਸਰ? ਅੰਮ੍ਰਿਤਪਾਲ ਜੀ ਤੁਸੀਂ ਤਾਂ ਕੁਝ ਕਹਿਣਾ ਦੱਸਣਾ ਹੋਵੇ। ਹਰਜੀਤ ਜੀ, ਕੰਵਲ ਜੀ, ਹਰਚਰਨ ਭਾਜੀ, ਸੁਖਵਿੰਦਰ ਜੀ, ਤੁਸੀਂ ਬੋਲ ਦੋ ਕੁਝ। ਭਾਜੀ ਜਿਹੜਾ ਆਪਾਂ ਏਜੰਡਾ ਕਰਦੇ ਆ ਤਾਂ ਹੋਣਾ ਚਾਹੀਦਾ। ਹਾਂਜੀ ਸਰ, ਅਮਰਿਤ ਜੀ ਦੁਬਾਰਾ ਦੱਸੋ। ਤਾਂ ਰੱਖਦੇ ਆ ਨਾ, ਉਹ ਘੱਟੋ ਘੱਟ ਐਗਜ਼ੈਕਟਿਵ ਮੈਂਬਰ ਨੂੰ ਪਤਾ ਹੋਣਾ ਚਾਹੀਦਾ ਕੀ ਹੈ ਮੀਟਿੰਗ 'ਚ ਹੈ ਕੀ ਹੈ ਇਸ ਵੇਲੇ। ਸਰ ਸਾਰਿਆਂ ਨੂੰ ਸਰਕੂਲੇਟ ਕੀਤਾ, ਐਗਜ਼ੈਕਟਿਵ ਮੈਂਬਰਸ ਨੂੰ ਨਹੀਂ, ਸਾਰਿਆਂ ਨੂੰ ਸਰਕੂਲੇਟ ਕੀਤਾ ਏਜੰਡਾ। ਉਹਦਾ ਹੀ ਕੋਈ ਰਾਏ ਹੋਵੇ। ਹਾਂਜੀ ਉਹਨਾਂ ਦੀ ਵੀ ਰਾਏ ਹੋਏ ਕਿ ਪਹਿਲਾਂ ਪੁੱਛ ਲਿਆ ਕਰੋ ਕੋਈ ਰਾਏ ਹੈ ਤਾਂ ਨਹੀਂ, ਕੋਈ ਤੁਹਾਡਾ ਕੋਈ ਪੁਆਇੰਟ ਤਾਂ ਨਹੀਂ ਏਜੰਡੇ। ਸਰ ਇਹ ਜਿਹੜਾ ਏਜੰਡਾ ਹੈਗਾ ਨਾ ਜੀ, ਇਹ ਪਹਿਲਾਂ ਸਾਰਾ ਡਿਸਕਸ ਹੋਇਆ ਜੀ ਐਗਜ਼ੈਕਟਿਵ ਮੈਂਬਰਸ ਨਾਲ। ਜਿਹੜੀ ਆਪਣੀ ਪਿਛਲੇ ਹਫਤੇ ਮੀਟਿੰਗ ਹੋਈ ਸੀ ਨਾ ਐਗਜ਼ੈਕਟਿਵ ਮੈਂਬਰਸ ਦੀ, ਉਹਦੇ ਵਿੱਚ ਸਾਰੇ ਡਿਸਕਸ ਕੀਤਾ ਸੀਗਾ ਸਰ। ਉਦੋਂ ਹੀ ਆਪਾਂ ਡਿਸਾਈਡ ਕੀਤਾ ਸੀ ਕਿ ਮੀਟਿੰਗ ਕਰਾਂਗੇ। ਉਹਨਾਂ ਵੱਲੋਂ ਜਿਹੜੀਆਂ ਚੀਜ਼ਾਂ ਅਪਰੂਵਲ ਨੇ, ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਚਿੱਠੀਆਂ ਜਿਹੜੀਆਂ ਔਰ ਫਾਇਰ ਦੀਆਂ, ਸਾਰਾ ਕੁਝ ਆਲਮੋਸਟ ਸਾਰਾ ਏਜੰਡਾ ਉਹਨਾਂ ਨਾਲ ਡਿਸਕਸ ਹੋਇਆ ਸਰ। ਔਰ ਤੁਹਾਨੂੰ ਤਦ ਹੀ ਸਰਜੀਤ ਸਿੰਘ ਜੀ ਨੇ, ਪਾਟਿਆ ਸਾਹਿਬ ਨੇ ਦੱਸਿਆ ਹੈਗਾ ਕਿ ਸੋਨਪਾਲ ਜੀ ਦੇ ਸੁਜੈਸ਼ਨ ਸੀਗਾ ਵੀ ਸਿਵਲ ਡਿਫੈਂਸ ਐਂਡ ਆਲ ਦੋਜ਼ ਚੀਜ਼ਾਂ ਸਾਰੀਆਂ ਉਸ ਪਿਛਲੇ ਹਫਤੇ ਮੀਟਿੰਗ। ਮੇਰੇ ਖਿਆਲ ਸਰ ਤੁਸੀਂ ਲੇਟ ਆਏ ਸੀ ਸ਼ਾਇਦ। ਲੇਟ ਆਇਆ ਸੀ ਸਰ। ਹਾਂਜੀ ਉਹ ਡਿਸਕਸ ਹੋਇਆ ਸਰ ਇਨ ਡਿਟੇਲ। ਮੇਰੇ ਖਿਆਲ ਆਲਮੋਸਟ 1 ਘੰਟਾ ਚੱਲੀ ਸੀ ਉਹ ਮੀਟਿੰਗ, ਤੇ ਮੈਂ ਉਦੋਂ ਉਹਨੂੰ ਰਿਕਾਰਡ ਕਰਕੇ ਸਰ ਉਹ ਵੀ ਪਾਈ ਹੋਈ ਹੈ, ਗਰੁੱਪ ਦੇ ਵਿੱਚ ਵੀ ਪਾਈ ਹੋਈ ਹੈ। ਤੁਸੀਂ ਉਹ ਪਲੀਜ਼ ਇੱਕ ਵਾਰੀ ਦੇਖ ਲਓਗੇ ਤਾਂ ਉਹ ਤੁਹਾਨੂੰ ਸਾਰਾ ਏਜੰਡਾ ਤੁਹਾਨੂੰ ਇਹ ਮੈਚ ਹੋ ਜਾਏਗਾ ਸਰ। ਚਲੋ ਇਹਨੂੰ ਵੀ ਅੱਗੋਂ ਦੀ ਇਹਨੂੰ ਵੀ ਥੋੜਾ ਦੇਖਾਂਗੇ ਕਿ ਆਪਾਂ ਮਤਲਬ ਜੋ ਹੈਗਾ ਇਹਨੂੰ ਵਾਈਡਲੀ ਸਰਕੂਲੇਟ ਕਰੀਏ। ਜੋ ਵੀ ਸਾਡਾ ਏਜੰਡਾ ਹੋਏਗਾ ਇਹ ਦੇਖੀਏ ਉਹਨੂੰ ਸਾਰੇ ਮੈਂਬਰਸ ਤੱਕ ਪਹੁੰਚੇ ਤਾਂ ਜੋ। ਹਾਂ ਬਿਲਕੁਲ ਠੀਕ ਹੈ ਜੀ, ਟ੍ਰਾਂਸਪੇਰੈਂਸੀ ਤਾਂ ਬਹੁਤ ਜ਼ਰੂਰੀ ਹੈ। ਬਿਲਕੁਲ ਸਰ। ਹੋਰ ਕੁਝ ਹਰਚਰਨ ਭਾਜੀ ਤੁਸੀਂ ਕੋਈ ਪੁਆਇੰਟ ਰੱਖਣਾ ਹੋਵੇ? ਸਰ ਐਪ ਵਾਲਾ ਕੰਮ ਐਕਸਪੀਡਾਈਟ ਕਰਵਾ ਦਿਓ। ਕਮਲ ਭਾਜੀ ਐਪ ਵਾਲਾ ਠੀਕ ਹੈ ਜੀ, ਬਿਲਕੁਲ ਠੀਕ ਹੈ ਸਰ, ਯੂ ਆਰ ਰਾਈਟ। ਉਹ ਸਾਰੇ ਹੈਲਪ ਕਰੇਗਾ ਜੀ ਇਸ ਟਾਈਮ ਦੇ ਵਿੱਚ, ਸਲੋ ਡਾਊਨ ਦੇ ਵਿੱਚ ਸਾਰਿਆਂ ਦੀ ਹੈਲਪ ਹੋਏਗੀ। ਯੂ ਆਰ ਰਾਈਟ। ਹਾਂ ਬਈ, ਇਹ ਸਲੋ ਡਾਊਨ ਵਾਸਤੇ ਹੀ ਆਪਾਂ ਇਹ ਸੋਚਿਆ ਸੀਗਾ ਨਾ ਕਿ ਜਿਹੜਾ WhatsApp ਦਾ ਗਰੁੱਪ ਹੈ ਉਹਦੇ ਵਿੱਚ ਹੀ ਮਤਲਬ ਜੋ ਬੰਦਾ ਕੋਈ ਇਹਨੂੰ ਕਮਰਸ਼ੀਅਲੀ ਯੂਜ਼ ਕਰਨਾ ਚਾਹਵੇ ਤੇ ਉਹ ਕਰ ਲਵੇ। ਬਾਕੀ ਅਸੀਂ ਇਹਦੇ ਵਾਸਤੇ ਵੀ ਦੇਖ ਲੈਣੇ, ਕੋਈ ਕਿਸੇ ਨੂੰ ਮਤਲਬ ਕੋਈ ਕਮੇਟੀ ਬਣਾ ਦਿੰਨੇ, 2-3 ਬੰਦੇ, ਉਹਨਾਂ ਨੂੰ ਸਾਰੇ ਮੈਸੇਜ ਚਲੇ ਜਾਣ ਤੇ ਉਹ ਅੱਗੋਂ ਦੀ ਰਿਲੇ ਕਰਦੇ ਨੇ ਉਹਦੇ ਵਿੱਚ, ਗਰੁੱਪ ਦੇ ਵਿੱਚ। ਬਿਲਕੁਲ ਠੀਕ ਹੈ ਸਰ। ਹਾਂ
ਸਰ ਕੋਈ ਹੋਰ ਪੁਆਇੰਟ ਕਿਸੇ ਸੱਜਣ ਦਾ ਹੋਵੇ Hello? ਜੀ? ਸਰ ਇੱਕ ਹਾਂਜੀ, ਆਪਾਂ ਅਮਰਪਾਲ ਜੀ। ਸਰਕਲ ਕੱਢ ਦਈਏ ਆਪਾਂ ਫੀਸ ਲਈ ਜੋ ਹਾਂਜੀ। ਮੈਂਬਰ ਹੈ ਨਹੀਂ ਸਾਰੇ ਐਗਜ਼ੈਕਟਿਵ ਇਹਦੇ ਚ ਹਾਂਜੀ ਜਿੰਨੇ ਵੀ ਹੈਗੇ ਨਾ ਮੈਂਬਰ ਆਪਣੇ ਪੂਰੇ ਨਹੀਂ ਹੈਗੇ ਇਹਦੇ ਚ ਜਿੰਨੇ ਵੀ ਬਿਲਕੁਲ ਦੱਸਦੇ ਠੀਕ। ਹੈਗੇ ਆ ਬਿਲਕੁਲ ਜੀ ਆਪਾਂ ਸਰਕਲ ਕੱਢ ਦਈਏ ਇੱਕ ਸਰ, ਬਿਲਕੁਲ ਸਰਕੂਲਰ ਕੱਢ ਦਿਓ। ਤੇ ਅੱਜ ਕੀ ਡਿਸਕਸ ਹੋਇਆ ਮਿੰਟਸ ਆਫ ਮੀਟਿੰਗ ਭਾਟੀਆ ਸਾਹਿਬ ਤੁਸੀਂ ਬਣਾ ਕੇ ਇਹ WhatsApp ਤੇ ਭੇਜ ਦਿਓ ਤੇ ਮੈਂ ਇਹਦੀ ਜਿਹੜੀ ਰਿਕਾਰਡਿੰਗ ਹੁਣ ਵੀ ਕਰ ਰਿਹਾ ਔਰ ਇਹ ਰਿਕਾਰਡਿੰਗ ਵੀ ਸਰ ਪਿਛਲੀ ਮੀਟਿੰਗ ਦੇ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਸੀ ਜਿਵੇਂ ਉਹ ਪਾਈ ਸੀ ਤਾਂ ਇਹ ਵੀ ਮੈਂ ਪਾ ਦਿਆਂਗਾ ਸਰ। ਠੀਕ ਹੈ ਜੀ, ਮੈਂ ਮਿੰਟਸ ਹੁਣੇ ਹੀ ਪਾ ਦਵਾਂਗਾ, ਸ਼ਾਮ ਨੂੰ ਪਾ ਦਾਂਗਾ। ਠੀਕ ਹੈ ਸਰ। ਪ੍ਰਧਾਨ ਜੀ ਫਿਰ ਤੁਹਾਡਾ ਆਪਾਂ ਫਾਈਨਲ ਦੱਸੋ ਸਰ। ਹਾਂਜੀ ਫਾਈਨਲ ਕੀ ਕੀਤਾ ਸਰ? ਅੱਜ ਕੀ ਕੀਤਾ? ਕਨਕਲੂਜਨ ਆਫ ਮੀਟਿੰਗ। ਹਾਂਜੀ ਹਾਂਜੀ, ਮੈਂ ਹਾਲੇ ਸਰ ਪੁਆਇੰਟ ਲੈ ਰਿਹਾ, ਬਾਕੀ ਸੱਜਣਾ ਜੇ ਕਿਸੇ ਦਾ ਪੁਆਇੰਟ ਹੈਗਾ ਤਾਂ ਠੀਕ ਹੈ, ਨਹੀਂ ਤਾਂ ਫਿਰ ਭਾਟੀਆ ਸਾਹਿਬ ਕੋਲ ਜਾਂਦੇ ਆ, ਉਹ ਸਾਰਾ ਸਮ ਅਪ ਕਰ ਦੇਣਗੇ ਜੀ। ਬਸ ਜੀ ਆਪਾਂ ਮੀਟਿੰਗ ਦੇ ਵਿੱਚ ਟੈਕਸ ਦਾ ਕੈਂਪ ਲਗਵਾਈਏ। ਹਾਂਜੀ ਇੱਕ ਪ੍ਰੋਪਰਟੀ ਟੈਕਸ ਦਾ ਕੈਂਪ ਲਗਵਾ ਲਓ ਪ੍ਰਧਾਨ ਜੀ। ਲਗਵਾ ਦਿੰਦੇ ਸਰ, ਲਗਵਾ ਦਿੰਦੇ ਆ ਜੀ। ਪ੍ਰਧਾਨ ਜੀ ਆਪਾਂ ਤਾਂ ਚਿੱਠੀ ਇਹ ਦੇਣੀ ਸੀ ਕਿ ਪ੍ਰੋਪਰਟੀ ਟੈਕਸ 1 ਸਾਲ ਦਾ ਮਾਫ ਕਰੋ। ਭਾਟੀਆ ਸਾਹਿਬ ਇਹ ਨੋਟ ਵੀ ਕਰ ਲਿਓ, ਆਪਾਂ ਇਹ ਵੀ ਚਿੱਠੀ ਲਿਖਣੀ ਹੈ। ਕੈਸ਼ੇ ਸਾਹਿਬ ਆਪਾਂ ਮੰਡੇ ਨੂੰ ਦੋਨੋਂ ਚੱਲਾਂਗੇ ਤੇ ਉਹ ਕੈਂਪ ਦਾ ਤਿਆਗ ਕਰਕੇ ਆਉਂਗੇ। ਜਨਾਬ ਮੈਂ ਕਹਿੰਦਾ ਇਹਨੂੰ ਮਾਫੇ ਕਰਵਾ ਦਿਓ। ਪ੍ਰਧਾਨ ਜੀ ਚਲੇ ਗਏ ਮਾਫੀ ਦੀ ਗੱਲ ਤੇ। ਮਾਫੀ ਦੀ ਗੱਲ ਤੇ ਚਲੇ ਗਏ ਸਰ। ਜੇ ਬਾਕੀ ਸੱਜਣ ਇਸ ਚੀਜ਼ 'ਚ ਸਹਿਮਤ ਨੇ, ਆਪਣੇ ਬੰਦੇ ਸਾਰੇ ਬੈਠੇ ਹੈਗੇ ਆ ਵੀ ਡਿਊ ਟੂ ਲਾਕਡਾਊਨ ਜੇ ਆਪਾਂ ਇੱਕ ਹਾਂਜੀ ਹਾਂਜੀ ਸਰ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਸਰ? ਜੇ ਡਿਊ ਟੂ ਲਾਕਡਾਊਨ ਆਪਾਂ ਜੇ ਇਹ ਪਲੀ ਲੈ ਕੇ ਉਹਨੂੰ ਪ੍ਰੋਪਰਟੀ ਟੈਕਸ ਨੂੰ ਇੱਕ ਮਾਫੀ ਦੀ ਚਿੱਠੀ ਵੀ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਦੇ ਦਈਏ ਵੀ ਇਸ ਸਾਲ ਘੱਟੋ ਘੱਟ ਸਾਡਾ ਪ੍ਰੋਪਰਟੀ ਟੈਕਸ ਦਾ ਮਾਫ ਕਰੋ ਇੰਡਸਟਰੀ ਦਾ। It should be, yeah. ਸਰ ਇਹਦੇ ਵਿੱਚ ਅਸੀਂ ਆਪਾਂ ਮੇਰੇ ਖਿਆਲ ਇੱਕ ਲੈਟਰ ਜਿਹੜੀ ਹੈਗੀ ਡੀਸੀ ਵਾਸਤੇ ਬਣਾ ਕੇ ਰੱਖੀ ਹੋਈ ਸੀਗੀ। ਹਾਂਜੀ ਸਰ। ਜਿਹੜੀ ਅਜੇ ਦਿੱਤੀ ਨਹੀਂ ਸੀਗੀ ਕਿਉਂਕਿ ਅਸੀਂ ਵਿੱਚ ਹੋਰ ਕੰਮਾਂ ਦੇ ਚੁਲਝ ਗਏ। ਅਸੀਂ ਚਿੱਠੀ ਇੱਕ ਬਣਾ ਕੇ ਰੱਖੀ ਹੋਈ ਹੈਗੀ ਹੈ ਕਿ ਸਾਨੂੰ ਪ੍ਰੋਪਰਟੀ ਟੈਕਸ ਦੇ ਵਾਸਤੇ ਮਾਫੀ ਦਿੱਤੀ ਜਾਏ। ਪਲੱਸ ਅਸੀਂ ਤਾਂ ਹੋਰ ਵੀ ਬਹੁਤ ਕੁਝ ਮੰਗਿਆ ਹੋਇਆ ਡੀਸੀ ਤੋਂ ਠੀਕ ਹੈ ਕਿ ਇਹ ਪੂਰਾ ਜੋ ਟਾਈਮ ਹੈਗਾ ਇਹ ਜੋ ਹੈਗਾ ਇਟ ਸ਼ੁੱਡ ਬੀ ਕੰਸੀਡਰਡ ਐਜ਼ 0 ਪੀਰੀਅਡ। ਤੇ ਇਹਦੇ ਵਿੱਚ ਸਾਨੂੰ ਬਿਜਲੀ ਦੇ ਬਿੱਲਾਂ ਦੀ ਵੀ ਮਾਫੀ ਦਿਓ ਤੇ ਬਾਕੀ ਜਿਹੜੇ ਟੈਕਸਿਸ ਹੈਗੀਆਂ, ਸੀਵਰੇਜ ਦੇ ਬਿੱਲ ਹੈ, ਪਾਣੀ ਦੇ ਬਿੱਲ ਹੈ, ਇਹ ਲੈਟਰ ਅਸੀਂ ਲਿਖਿਆ ਹੋਇਆ ਹੈ ਲੇਕਿਨ ਉਹ ਅਸੀਂ ਹੋਰ ਕੰਮਾਂ ਵਿੱਚ ਉਲਝ ਕੇ ਰਹਿ ਗਿਆ ਜੀ। ਭਾਟੀਆ ਸਾਹਿਬ ਦਾ ਵੀ ਨੈਟਵਰਕ ਮੈਨੂੰ ਲੱਗਦਾ ਡਾਊਨ ਹੋ ਗਿਆ। ਭਾਟੀਆ ਸਾਹਿਬ ਦਾ ਨੈਟਵਰਕ ਡਾਊਨ ਹੋ ਗਿਆ ਸਰ। ਮਾਫੀਆ ਤਾਂ ਲਈ ਜਾਓਗੇ, ਇੱਕ ਕੈਂਪ ਲਵਾ ਕੇ ਪੈਸੇ ਜਮਾ ਕਰਵਾ ਦਿਓ ਲੋਕਾਂ ਦੇ। ਮਾਫੀ ਫਿਰ ਵੀ ਲਾਂਗੇ ਬਾਅਦ ਚੋਂ ਵੀ ਲਾਂਗੇ। ਠੀਕ ਹੈ ਸਰ। ਹੈਲੋ, ਕਾਰ ਡਰਾਈਵਿੰਗ ਦੀ ਮੀਟਿੰਗ ਚੱਲ ਰਹੀ ਹੈ ਕਾਰ 'ਚ ਹੀ। ਹਾਂਜੀ ਸਰ। ਤੇ ਸਰ ਮੇਰਾ ਖਿਆਲ ਏਜੰਡਾ ਹੈਜ਼ ਬੀਨ ਫਿਨਿਸ਼ਡ। ਕੋਈ ਹੋਰ ਕਿਸੇ ਦੀ ਗੱਲ ਹੈਗੀ ਤਾਂ ਠੀਕ ਹੈ, ਨਹੀਂ ਤਾਂ ਫਿਰ ਪ੍ਰਧਾਨ ਜੀ ਤੋਂ ਵੋਟ ਆਫ ਥੈਂਕਸ ਕਰਵਾ ਦਈਏ ਜੀ। ਬਿਲਕੁਲ ਸਰ। ਚਾਹ ਚੂ ਤਾਂ ਬੁਲਾਓ ਲੋਕਾਂ ਨੂੰ ਯਾਰ ਮਾੜਾ ਮੋਟਾ। ਪ੍ਰਧਾਨ ਜੀ ਹੁਣ ਤੁਸੀਂ ਗੱਡੀ 'ਚ ਬੈਠ ਕੇ ਚਾਹ ਪਲਵਾਈ ਜਾਂਦੇ ਹੋ। ਸਾਰੇ ਗੱਡੀ 'ਚ ਬੈਠੇ ਉਹਨਾਂ ਦਾ ਆਫਿਸ ਹੀ ਆਏ। ਆਪਣੀ ਪੀ ਲੈਣ ਨਾ, ਮੈਂ ਕਹਿ ਰਿਹਾ ਜੀ। ਅੱਛਾ ਸਰ ਚਲੋ ਡਸਟਬਿਨ ਵਾਲਾ ਜਿਹੜਾ ਹੈ ਉਹ ਇੱਕੋ ਥੋੜਾ ਕਰਾਓ ਤੁਸੀਂ। ਡੰਪਿੰਗ ਗਰਾਊਂਡ ਉਹਦੇ ਵਾਸਤੇ ਡਸਟ ਵਾਸਤੇ ਡਸਟਬਿਨ ਉਹ ਕਰਾਓ। ਸਰ ਇਹ 15% ਰੈਜ਼ੀਡੈਂਸ ਵਾਸਤੇ ਅਲਾਉਡ ਹੋਇਆ ਹੈਗਾ, ਇਹ ਇਨਫੋਟੈਕ ਦੇ ਵਿੱਚ ਵੀ ਹੈਗਾ? ਨਹੀਂ ਸਰ, ਇਨਫੋਟੈਕ ਨੂੰ ਚਿੱਠੀ ਦੇਣੀ ਹੈ ਸਿਰਫ PSIC ਵਾਸਤੇ ਹੈ ਇਹ। ਇਨਫੋਟੈਕ ਨੂੰ ਅਸੀਂ ਚਿੱਠੀ ਦੇਣੀ ਹੈ। ਮੇਰੇ ਖਿਆਲ ਤੁਸੀਂ ਥੋੜਾ ਜਿਹਾ ਲੇਟ ਜੁਆਇਨ ਕੀਤੇ ਸੀਗੇ। ਭਾਟੀ ਸਾਹਿਬ ਨੇ ਦੱਸਿਆ ਸੀਗਾ ਕਿ ਸਿਮਿਲਰ ਐਟ ਪਾਰ ਇਹਦੀ ਪਲੀ ਲੈ ਕੇ ਅਸੀਂ ਇਨਫੋਟੈਕ ਦੇ MD ਨੂੰ ਮਿਲਣਾ ਹੈਗਾ ਜੀ ਥੋੜੇ ਦਿਨਾਂ ਦੇ ਵਿੱਚ, ਤੇ ਉਹ ਚਿੱਠੀ ਦੇਣੀ ਹੈ ਜੀ ਉਹਨਾਂ ਨੂੰ। ਸਰ ਇੱਕ ਫਾਇਰ ਹਾਂਜੀ ਕਰ ਰਹੇ 14 ਲੱਖ ਰੁਪਏ ਦਾ ਐਸਟੀਮੇਟ ਬੰਦਾ ਜੀ ਨਾਲ ਦੀ। ਸਰ ਕਾਹਦਾ ਜੀ? ਫਾਇਰ ਦਾ ਸਰ ਉਹ ਫਾਇਰ ਵਾਲਿਆਂ ਨੂੰ ਵੀ ਚਿੱਠੀ ਲਿਖੀ ਹੈ ਜੀ ਸਰ ਅਸੀਂ, ਉਹ ਵੀ ਦੇਣੀ ਹੈ ਜੀ। ਪ੍ਰੋਬਲਮ ਸਰ ਫਾਇਰ ਵਾਲਾ ਮੇਰੀ ਜ਼ਿੰਮੇਵਾਰੀ ਮੈਂ ਕਰਾ ਕੇ ਦੂੰਗਾ। ਸਰ ਇੱਕ ਕੂੜਾ ਸਾਰੇ ਇੰਡਸਟਰੀਅਲ ਪੁਆਇੰਟ ਦੇ ਫੋਕਲ ਏਰੀਆ ਨੇ। ਨਹੀਂ ਪ੍ਰਧਾਨ ਕੂੜਾ ਸੱਟਣ ਵਾਸਤੇ ਕਰਾ ਦਿਓ। ਹੈਲੋ ਹਾਂਜੀ ਸਰ। ਕੂੜਾ ਸੱਟਣ ਵਾਸਤੇ ਡੰਪਿੰਗ ਗਰਾਊਂਡ ਤੇ ਕਰਾਓ ਪ੍ਰਧਾਨ ਜੀ। ਡੰਪਿੰਗ ਗਰਾਊਂਡ ਦੀ ਕੂੜਾ ਸੱਟਣ ਵਾਸਤੇ ਡੰਪਿੰਗ ਗਰਾਊਂਡ ਕਰਾਓ। ਮਥਾਰੂ ਸਾਹਿਬ ਤੋਂ ਆਈ ਹੈ ਜੀ ਰਿਕੁਐਸਟ। ਇਹ ਤੁਸੀਂ ਐਪਲੀਕੇਸ਼ਨ ਦਿਓ ਨਾ, ਮਿਊਨਿਸਪੈਲਿਟੀ ਨੂੰ ਐਪਲੀਕੇਸ਼ਨ ਦਿਓ। ਸਰ ਐਸਾ ਹੈਗਾ ਪ੍ਰਧਾਨ ਜੀ ਦੀ ਵਿੱਚ ਆਵਾਜ਼ ਨਹੀਂ ਆ ਰਹੀ, ਮੈਂ ਉਹਨਾਂ ਦੇ ਵੱਲੋਂ ਥੋੜਾ ਵੈਰੀਫਾਈ ਕਰਦਾ। ਲੈਟਰ ਦਿਓ ਮਿਊਨਿਸਪੈਲਿਟੀ ਨੂੰ।
ਹਾਂਜੀ ਸਰ, ਇਹ ਤੁਸੀਂ ਲੈਟਰ ਆਪਾਂ ਪਾੜੇ ਸਾਹਿਬ ਨੋਟ ਕਰ ਲਓ, ਆਪਾਂ ਇੱਕ ਲੈਟਰ ਇਹ ਵੀ ਲਿਖ ਸਰ ਕੇ ਡੰਪਿੰਗ ਗਰਾਊਂਡ। ਸਰ ਢਿੰਡਸਾ ਜੀ ਐਸਾ ਹੈਗਾ, sir। ਪ੍ਰਧਾਨ ਜੀ ਵਿੱਚ ਬੋਲ ਨਹੀਂ ਪਾ ਰਹੇ ਹੈਗੇ। ਲਾਸਟ ਟਾਈਮ ਮੇਰਾ- ਵੀ ਪ੍ਰਧਾਨ ਜੀ ਨੇ ਮੇਰਾ ਕਲੀਅਰ sir- ਕੀਤਾ ਸੀਗਾ ਕਿ ਏਸੀ ਜਗ੍ਹਾ ਦੇ ਉੱਤੇ ਤੁਸੀਂ ਕੂੜਾ ਡੰਪ ਕਰਦੇ ਰਹੋ, ਏਸੀ ਜਗ੍ਹਾ ਦੇ ਉੱਤੇ ਦੁਬਾਰਾ ਬਣੇਗਾ, ਕੋਈ ਪਰੇਸ਼ਾਨੀ ਨਹੀਂ ਆਉਣ ਲੱਗੀ। ਬੰਦੇ ਸੌਲਵ ਕਰ ਯਾਰ ਬੀਇੰਗ ਅ ਗੁੱਡ ਸਿਟੀਜ਼ਨ ਇਹ ਤਾਂ ਦੁਬਾਰਾ ਗੱਲ ਫੇਰ ਕਮਾਂ ਸਰ, ਮੈਨੂੰ ਸੁਣ ਰਹੇ ਹੋ ਸਰ? ਹਾਂਜੀ ਸੁਣ ਰਹੇ ਹਾਂ, ਦੱਸੋ ਸਰ ਦੱਸੋ। ਮੈਂ ਪਹਿਲਾਂ ਵੀ ਕਿਹਾ ਸੀ, ਜਿਸ ਜਗ੍ਹਾ ਤੇ ਪਹਿਲਾਂ ਡੰਪ ਸੀਗਾ ਕੂੜਾ ਉੱਥੇ ਸੁੱਟੋ। ਅਗਰ ਕੋਈ ਤੁਹਾਡਾ ਚਲਾਨ ਕੱਟਦਾ ਉਹਦੀ ਜ਼ਿੰਮੇਵਾਰੀ ਮੇਰੀ ਹੋਊਗੀ। ਉਹ ਠੀਕ ਹੈ ਸਰ, ਉਹ ਸਹੀ ਗੱਲ ਹੈ ਤੁਹਾਡੀ, ਬਟ ਅੱਛਾ ਨਹੀਂ ਲੱਗਦਾ ਹੈ ਬੀਇੰਗ ਅ ਗੁੱਡ ਸਿਟੀਜ਼ਨ। ਸਰ ਫਿਰ ਛੱਡੋ, ਫਿਰ ਗੱਲ ਨਹੀਂ ਕਰਨੀ ਆਪਾਂ, ਛੱਡੋ। ਫਿਰ ਜਦੋਂ ਇਹ ਮਾੜਾ ਲੱਗਣਾ ਸ਼ੁਰੂ ਹੋਏਗਾ ਤਾਂ ਹੀ ਉੱਥੇ ਡੰਪਿੰਗ ਗਰਾਊਂਡ ਬਣੇਗਾ। ਹਾਂਜੀ ਉਹ ਕੀ ਕਹਿ ਰਹੇ ਨੇ, ਇੱਕ ਮਿੰਟ ਪ੍ਰਧਾਨ ਜੀ, ਉਹਦੀ ਮਾਂ ਦੁੱਧ ਨਹੀਂ ਪਿਲਾਉਂਦੀ, ਉਹਦਾ ਆਪਣਾ ਬੱਚਾ ਹੁੰਦਾ। ਪ੍ਰਧਾਨ ਜੀ ਇੱਕ ਮਿੰਟ ਉਹ ਪਤਾ ਗੱਲ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਜਿਹੜਾ ਡੰਪਿੰਗ ਗਰਾਊਂਡ ਹੈ ਨਾ ਜੀ, ਉੱਥੇ ਕੂੜਾਦਾਨ ਪ੍ਰੋਪਰ ਇੱਕ ਰਖਵਾ ਦਿਓ ਵੱਡਾ ਸਾਰਾ, ਤਾਂ ਕਿ ਉਹ ਜਿਹੜਾ ਕੂੜਾ ਹੈ ਜਦੋਂ ਹਵਾ ਆਉਂਦੀ ਹੈ ਇੱਧਰ ਉੱਧਰ ਉੜੇ ਨਾ, ਉਹ ਉਹਦੇ ਵਿੱਚ ਕਨਫਾਈਨਡ ਰਹੇ, ਇਹ ਉਹਨਾਂ ਦਾ ਮਤਲਬ ਹੈ ਜੀ। ਉਹ ਸਰ ਇਹ ਮੈਂ ਜ਼ਿਆਦਾ ਇਹਨਾਂ ਦਾ ਪੁਆਇੰਟ ਇਹ ਨਹੀਂ, ਇਹ ਕਹਿੰਦੇ ਡੰਪਿੰਗ ਗਰਾਊਂਡ ਵੱਡਾ ਬਣਾ ਕੇ ਦਿਓ ਸਾਨੂੰ। ਉੱਥੇ ਬਣਿਆ ਹੋਇਆ ਸੀ, ਇਹਨਾਂ ਨੇ ਤੋੜਤਾ ਕਿਤੇ ਹੋਰ। ਚਲੋ ਇੱਕ ਬੱਕਟ ਰਖਵਾ ਦਿਓ, ਜ਼ਰੂਰੀ ਪ੍ਰੋਪਰ ਮਠਾਰੂ ਸਾਹਿਬ ਇਹ ਗੱਲ ਕਲੀਅਰ ਹੋ ਚੁੱਕੀ ਹੈਗੀ ਹੈ, ਇਹ ਉਦੋਂ ਹੀ ਬਣੇਗਾ ਜਦ ਉੱਥੇ ਕੂੜਾ ਪੈਣਾ ਸ਼ੁਰੂ ਹੋ ਜਾਏਗਾ। ਯਾਰ ਇੱਕ ਸਿੰਪਲੀ ਐਪਲੀਕੇਸ਼ਨ ਤਾਂ ਪਾਈਏ ਸੀ, ਉਹ ਸਿੰਪਲੀ ਐਪਲੀਕੇਸ਼ਨ ਇਹਨਾਂ ਨੂੰ ਆਪਸੀ ਐਪਲੀਕੇਸ਼ਨ ਤੇ ਪਾਓ। ਮੰਡੇ ਜਾਂ ਟਿਊਜ਼ਡੇ ਮੇਰੇ ਨਾਲ ਪ੍ਰੋਗਰਾਮ ਬਣਾਓ, ਅਸੀਂ ਕਮਿਸ਼ਨਰ ਸਾਹਿਬ ਮਿਲ ਕੇ ਆਨੇ ਹਾਂ। ਹਾਂਜੀ ਮੰਡੇ ਨੂੰ ਜਾਂ ਟਿਊਜ਼ਡੇ ਨੂੰ ਮੇਰੇ ਨਾਲ ਪ੍ਰੋਗਰਾਮ ਬਣਾਓ। ਹਾਂਜੀ ਸਾਧੂ ਸਾਹਿਬ ਹੋਣਗੇ, ਕੈਸ਼ੀਅਰ ਸਾਹਿਬ ਹੋਣਗੇ, ਇੱਕ ਅੱਧਾ ਬੰਦਾ ਹੋਰ ਲੈ ਲਓ, ਅਸੀਂ ਕਮਿਸ਼ਨਰ ਸਾਹਿਬ ਨੂੰ ਆਪਣੀ ਪ੍ਰੋਬਲਮ ਦੱਸ ਕੇ ਆਨੇ ਆ। ਚਲੋ ਚੱਲਨੇ ਆ ਜੀ, ਠੀਕ ਹੈ, ਗੁੱਡ, ਓਕੇ ਚਲੋ ਠੀਕ ਹੈ ਜੀ। ਫਾਈਨ। ਨੈਕਸਟ ਮੁੱਦਾ ਜੀ। ਤੁਹਾਡੇ ਸਾਰਾ ਧੰਨਵਾਦ ਬਹੁਤ ਜੀ। ਆਪਣੇ ਆਪਣੀ ਚਾਹ ਪੀ ਲਓ, ਹੁਣ ਫਿਰ ਮਿਲਦੇ ਕਿਸੇ ਦਿਨ। ਹਾਂਜੀ ਧੰਨਵਾਦ ਕਰਤਾ ਤੁਸੀਂ, ਬਸ ਠੀਕ ਹੈ ਜੀ, ਧੰਨਵਾਦ ਹੋ ਗਿਆ ਜੀ। ਚਲੋ ਠੀਕ ਹੈ, ਥੈਂਕਸ ਹੈਜ਼ ਬੀਨ ਗਿਵਨ। ਜੇ ਇਜਾਜ਼ਤ ਹੈ ਤਾਂ ਸਭਾ ਬਰਖਾਸਤ ਕੀਤੀ ਜਾਏ ਜੀ। ਹਾਂਜੀ ਠੀਕ ਹੈ ਸਰ, ਠੀਕ ਹੈ ਜੀ, ਠੀਕ ਹੈ ਸਰ, ਥੈਂਕ ਯੂ ਸੋ ਮਚ ਫॉर ਅਟੈਂਡਿੰਗ। ਪਾਰਟੀ ਹੈ ਜੀ, ਆ ਜਾਓ, ਮੈਂ ਚਾਹ ਪਿਆਨਾ, ਆ ਜਾਓ ਮੇਰੇ ਕੋਲ, ਆ ਜਾਓ, ਚਾਹ ਮੈਂ ਪਿਆਨਾ। ਚਲੋ ਆਨਾ ਸਰ, ਮੈਂ ਇੱਕ ਮੇਰੀ ਰਿਕੁਐਸਟ ਹੋ ਰਿਹਾ ਹੈ, ਜਿਹੜੇ ਆਪਣੇ ਫੈਕਟਰੀਆਂ ਦੇ ਆਲੇ ਦਾਲੇ ਸੱਜਣ ਹੈਗੇ ਨੇ ਨਾ ਜੀ, ਉਹਨਾਂ ਨੂੰ ਵੀ ਅਵੇਅਰ ਕਰੋ ਕਿ ਮੈਂਬਰਸ਼ਿਪ ਵੀ ਲੈਣ, ਪੇ ਵੀ ਕਰਨ, ਔਰ ਜਿਹੜੀਆਂ ਫੰਕਸ਼ਨਲ ਕਮੇਟੀਆਂ ਪਾੜੇ ਸਾਹਿਬ ਨੇ ਅਨਾਉਂਸ ਕੀਤੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਆਪਣੇ ਸ਼ਮੂਲੀਅਤ ਕਰਨ ਸਰ, ਤਾਂ ਕਿ ਐਸੋਸੀਏਸ਼ਨ ਦਾ ਕੰਮ ਸੁਚਾਰੂ ਰੂਪ ਦੇ ਵਿੱਚ ਔਰ ਵਧੀਆ ਤਰੀਕੇ ਦੇ ਨਾਲ ਹੋ ਸਕੇ ਸਰ। ਠੀਕ ਹੈ। ਅੱਛਾ ਸਰ, ਉਹ ਐਗਜ਼ੀਕਿਊਟਿਵ ਮੈਂਬਰ ਨੇ ਸਭ ਨੇ ਦਿੱਤੀ ਹੈ ਫੀਸ? ਨਹੀਂ ਅਜੇ ਸਰ ਐਗਜ਼ੈਕਟਿਵ ਮੈਂਬਰਸ ਦੀ ਸਾਰਿਆਂ ਦੀ ਨਹੀਂ ਆਈ ਹੈਗੀ, ਤੇ ਫਿਰ ਦੇ ਆਰ ਨਾਟ ਸਪੋਜ਼ਡ ਟੂ ਬੀ ਐਗਜ਼ੈਕਟਿਵ ਮੈਂਬਰ। ਨਹੀਂ, ਇਟ ਇਜ਼ ਰੋਂਗ। ਅਗਰ ਕੋਈ ਐਗਜ਼ੈਕਟਿਵ ਮੈਂਬਰ ਫੀਸ ਨਹੀਂ ਦੇ ਰਿਹਾ, ਇਟ ਸ਼ੁੱਡ ਬੀ, ਹੀ ਸ਼ੁੱਡ ਨਾਟ ਕੰਟੀਨਿਊ, ਹੀ ਇਜ਼ ਨਾਟ ਐਲੀਜੀਬਲ ਫॉर ਕੰਟੀਨਿਊਇੰਗ। ਸਰ ਉਹ ਆਪਾਂ ਇਹ ਅਗਲੀ ਕਾਰਵਾਈ ਕਰਾਂਗੇ, ਇੱਕ ਵਾਰੀ ਆਪਾਂ ਸਾਰਿਆਂ ਨੂੰ ਫੋਨ ਕਰਵਾ ਦੇ ਰਹੇ ਹਾਂ। ਕੈਸ਼ੀਅਰ ਸਾਹਿਬ ਦੇਣ ਥੋੜਾ ਜਿਹਾ ਹਲਾਉਣਾ ਦੇਣ ਲੋਕਾਂ ਨੂੰ। ਨਹੀਂ, ਤੁਸੀਂ ਇੱਥੇ ਇੱਕ ਆਪਣਾ ਇੱਥੋਂ ਭੇਜੋ ਨਾ, ਸਰਕੂਲਰ ਭੇਜੋ ਕਿ ਜਿਹੜੇ ਐਗਜ਼ੈਕਟਿਵ ਮੈਂਬਰ ਦੀ ਨਹੀਂ ਆ ਰਹੀ ਉਹ ਦੂਸਰਿਆਂ ਨੂੰ ਕੀ ਕਹਿਣਗੇ, ਕਨਵਿੰਸ ਕੀ ਕਰਨਗੇ, ਔਰ ਉਹਨਾਂ ਦੀ ਮੈਂਬਰਸ਼ਿਪ ਵਿਲ ਬੀ ਦੈਟ ਵੀ ਆਰ ਗਿਵਿੰਗ ਯੂ 2 ਵੀਕਸ ਟਾਈਮ। ਅਗਰ 2 ਵੀਕਸ ਜਮਾ ਨਹੀਂ ਕਰਾਂਦੇ, ਹੀ ਵਿਲ ਬੀ ਨੋ ਮੋਰ ਐਗਜ਼ੈਕਟਿਵ ਮੈਂਬਰ ਆਫ ਦਾ ਕਮੇਟੀ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਇਹ ਮੈਂ ਮਠਾਰੂ ਸਾਹਿਬ ਦਾ ਸੁਜੈਸ਼ਨ ਨੋਟ ਕਰ ਰਿਹਾ ਜੀ। ਹਾਂਜੀ ਕਰੋ ਜੀ। ਅੰਮ੍ਰਿਤਪਾਲ ਭਾਜੀ, ਕਿੰਨੇ ਸੱਜਣਾ ਦੀ ਆ ਗਈ ਹੈ ਐਗਜ਼ੈਕਟਿਵ ਦੇ ਵਿੱਚੋਂ ਫੀਸ? 50% ਕਹਿ ਰਹੇ ਹੋ? ਹਾਂਜੀ, ਜਿਸ ਟਾਈਮ ਮੰਗ ਰਿਹਾ ਸੀ ਐਗਜ਼ੈਕਟਿਵ ਮੈਂਬਰ ਦੀ, ਕਿੰਨੇ ਬੰਦਿਆਂ ਦੀ ਆਈ ਤੁਹਾਨੂੰ ਦੱਸਦਾ। ਠੀਕ ਹੈ ਸਰ, ਠੀਕ ਹੈ ਜੀ। 62 ਮੈਂਬਰ ਦੀ ਫੀਸ ਆ ਗਈ ਹੋਈ ਆ। ਠੀਕ ਹੈ ਸਰ, ਠੀਕ ਹੈ, ਥੈਂਕ ਯੂ ਸੋ ਮਚ ਸਰ ਐਵਰੀਬਾਡੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਓਕੇ ਜੀ, ਓਕੇ ਜੀ। ਅਗਲੀ ਮੀਟਿੰਗ ਤੇ ਆਪਾਂ ਫਿਰ ਹਾਜ਼ਰ ਹੋਵਾਂਗੇ। ਐਸੋਸੀਏਸ਼ਨ ਇਜ਼ ਆਲਵੇਜ਼ ਓਪਨ ਫॉर योर ਸਜੈਸ਼ਨਸ। ਥੈਂਕ ਯੂ ਸੋ ਮਚ। ਓਕੇ, ਥੈਂਕ ਯੂ ਢਿੰਡਸਾ ਸਾਹਿਬ, ਥੈਂਕ ਯੂ ਸਰ। ਓਕੇ, ਬਾਏ।